ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੰਮ੍ਰਿਤਮਈ ਬਾਣੀ ਦੇ ਰਾਹੀਂ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ। ਜਿਹੀ ਵਾਸਨਾ ਪਾਏ ਤੇਹੀ ਵਰਤੈ, ਵਾਸੁ ਵਾਸ ਜਨਾਵਣਿਆ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 118 ਦੇ ਉੱਪਰ ਸੁਭਾਏਮਾਨ ਹੈ। ਪਾਵਨ ਸ਼ਬਦ ਦੇ ਪਹਿਲੇ 4 ਪਦਿਆਂ ਦੀ ਵਿਚਾਰ ਕੱਲ ਦੇ ਦੀਵਾਨਾਂ ਅੰਦਰ ਆਪ ਜੀ ਨੇ ਸਰਵਨ ਕੀਤੀ। ਅਗਲੇਰੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਜੋ ਸਮਾਂ ਮਿਲਿਆ ਹੈ, ਸੁਰਤ ਨੂੰ ਜੋੜਨ ਦਾ ਯਤਨ ਕਰੀਏ। ਪੰਜਵੇਂ ਪਦੇ ਦੀ ਵਿਚਾਰ ਨੂੰ ਸਮਝਣ ਤੋਂ ਪਹਿਲਾਂ ਜੋ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪਾਵਨ ਪੰਗਤੀ ਹੈ, ਸਮਝ ਕੇ ਚੱਲਣ ਦਾ ਯਤਨ ਕਰੀਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਹਉ ਵਾਰੀ ਜਿਉ ਵਾਰੀ ਆਪ ਨਿਵਾਰਣਿਆ। ਮੈਂ ਉਹਨਾਂ ਤੋਂ ਵਾਰੇ ਜਾਵਾਂ, ਉਹਨਾਂ ਤੋਂ ਮੈਂ ਸਦਕੇ ਜਾਵਾਂ, ਕੁਰਬਾਨ ਜਾਵਾਂ, ਜਿਨ੍ਹਾਂ ਨੇ ਆਪਣਾ ਆਪਾ ਭਾਵ ਮਿਟਾ ਦਿੱਤਾ, ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਦਿੱਤਾ। ਆਪ ਗਵਾਏ, ਜਿਨ੍ਹਾਂ ਨੇ ਆਪਣਾ ਆਪਾ ਗਵਾਇਆ, ਤਾਂ ਹਰ ਪਾਏ, ਤਾਂ ਉਹਨਾਂ ਨੇ ਹਰੀ ਵਾਹਿਗੁਰੂ ਜੀ ਨੂੰ ਪਾਇਆ ਹੈ। ਹਰ ਸਿਉ ਸਹਿਜ ਸਮਾਵਣਿਆ। ਉਹ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਟਿਕ ਗਏ। ਸਹਿਜ ਅਵਸਥਾ ਦੇ ਵਿੱਚ ਉਹਨਾਂ ਅੰਦਰ ਆਤਮਿਕ ਅਡੋਲਤਾ ਬਣੀ ਔਰ ਉਹ ਨਿਰੰਕਾਰ ਦਾ ਰੂਪ ਹੋਏ। ਇਸ ਲਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜਿਨੇ ਆਪਣਾ ਆਪਾ ਨਿਵਾਰਿਆ, ਆਪਣੇ ਅੰਦਰ ਦੀ ਮੈਂ ਨੂੰ ਮਿਟਾ ਕੇ, ਹਉਮੈ ਦਾ ਨਾਸ਼ ਕਰਕੇ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਿਆ,
ਉਹਦੇ ਅੰਦਰ ਆਤਮਿਕ ਅਡੋਲਤਾ ਬਣੀ। ਇਸ ਲਈ ਮੈਂ ਉਹਨਾਂ ਤੋਂ ਵਾਰੇ ਜਾਨਾਂ ਸਾਰੇ ਵਿੱਚ ਸੁਗੰਧੀ ਵੀ ਉਸੇ ਤਰ੍ਹਾਂ ਦੀ ਹੀ ਪਾਈ ਗਈ ਹੈ। ਜਿੰਨੇ ਵੀ ਪ੍ਰਕਾਰ ਦੇ ਫੁੱਲ ਨੇ, ਹਰ ਇੱਕ ਦੇ ਵਿੱਚ ਸੁਗੰਧੀ ਵੱਖਰੀ ਹੈ, ਤਾਂ ਕਿ ਪਤਾ ਲੱਗ ਜਾਏ ਕਿ ਇਹ ਗੁਲਾਬ ਦਾ ਫੁੱਲ ਹੈ, ਇਹ ਗੇਂਦੇ ਦਾ ਫੁੱਲ ਹੈ, ਇਹ ਕਮਲ ਦਾ ਫੁੱਲ ਹੈ, ਇਹ ਚਮੇਲੀ ਹੈ। ਵੱਖਰੇ ਵੱਖਰੇ ਫੁੱਲਾਂ ਦੀ ਸੁਗੰਧੀ ਤੋਂ ਹੀ ਉਹ ਫੁੱਲ ਜਾਣੇ ਜਾਂਦੇ ਨੇ। ਇਸ ਲਈ ਇਹ ਸਾਰੀ ਬਗੀਚੀ ਦਾ ਮਾਲੀ ਇੱਕੋ ਹੀ ਹੈ। ਸਿੰਚਨ ਹਾਰੈ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਉਹ ਹਰ ਇੱਕ ਪੱਤੇ ਡਾਲੀ ਫੁੱਲ ਦੀ ਖਬਰ ਲੈਂਦਾ ਹੈ ਉਹ ਮਾਲੀ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਇਹ ਜਗ ਵਾੜੀ। ਵਾੜੀ ਦਾ ਅਰਥ ਹੁੰਦਾ ਬਗੀਚੀ। ਮੇਰਾ ਪ੍ਰਭ ਮਾਲੀ, ਇਹ ਜਿਹੜਾ ਜਗਤ ਹੈ ਇਹ ਬਗੀਚੀ ਹੈ, ਔਰ ਇਹਦੇ ਵਿੱਚ ਜਿਹੜਾ ਮੇਰਾ ਪ੍ਰਭੂ ਹੈ ਉਹ ਮਾਲੀ ਹੈ। ਸਦਾ ਸੰਭਾਲੇ ਕੋ ਨਾਹੀ ਖਾਲੀ, ਉਹ ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ, ਜਿਨੇ ਇਹ ਬਗੀਚੀ ਬਣਾਈ ਹੈ। ਔਰ ਇਸ ਬਗੀਚੀ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਲਾਏ ਨੇ। ਉਹਨਾਂ ਸਾਰਿਆਂ ਦੀ ਸੰਭਾਲ, ਭਾਵ ਸਾਰਿਆਂ ਨੂੰ ਜੀਵਨ ਦੇਣ ਵਾਲਾ ਉਹ ਆਪ, ਤੇ ਉਹਦੇ ਤੋਂ ਕੋਈ ਵੀ ਖਾਲੀ ਨਹੀਂ ਹੈ, ਕੋਈ ਵੀ ਉਹਦੀ ਨਜ਼ਰ ਤੋਂ ਪਰੇ ਨਹੀਂ ਹੈ। ਉਹ ਹਰ ਇੱਕ ਦੀ ਸੰਭਾਲ, ਹਰ ਇੱਕ ਦੀ ਪਾਲਣਾ ਜਿਹੜੀ ਹੈ ਉਹ ਕਰ ਰਿਹਾ ਹੈ। ਜਿਹੀ ਵਾਸ਼ਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜਣਾ ਬਣਿਆ। ਉਹ ਜਿੱਦਾਂ ਦੀ ਸੁਗੰਧੀ ਜਿਸ ਫੁੱਲ ਦੇ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਦੀ ਸੁਗੰਧੀ ਦੇ ਨਾਲ ਹੀ ਉਹ ਫੁੱਲ ਸੰਸਾਰ ਦੇ ਵਿੱਚ ਜਾਣਿਆ ਜਾਂਦਾ ਹੈ। ਵਾਸ ਜਣਾਵਣਿਆ, ਵਾਸ ਮਨੇ ਸੁਗੰਧੀ। ਉਸ ਵਾਸ, ਉਸ ਸੁਗੰਧੀ ਦੇ ਕਰਕੇ ਹੀ ਉਹਦੀ ਪਛਾਣ ਬਣਦੀ ਹੈ। ਹੁਣ ਸਾਨੂੰ ਕਿਸੇ ਨੇ ਸੁਗੰਧੀ ਜਿਹੜੀ ਆ ਉਹ ਦਿੱਤੀ ਹੈ ਵੀ ਇਹਨੂੰ ਤੁਸੀਂ ਇਸ ਸੁਗੰਧੀ ਦਾ ਆਨੰਦ ਮਾਣੋ, ਤੇ ਜਦੋਂ ਉਹ ਸੁਗੰਧੀ ਅਸੀਂ ਨਾਸਿਕਾ ਦੇ ਰਾਹੀਂ ਮਾਣੀ, ਉਸੇ ਵੇਲੇ ਸਾਡੇ ਦਿਮਾਗ ਵਿੱਚ ਆ ਗਿਆ ਵੀ ਇਹ ਕਮਲ ਦੇ ਫੁੱਲ ਦੀ ਸੁਗੰਧੀ, ਹਾਲਾਂਕਿ ਫੁੱਲ ਸਾਹਮਣੇ ਨਹੀਂ। ਜਦੋਂ ਸੁਗੰਧੀ ਨਾਸਿਕਾ ਦੇ ਰਾਹੀਂ ਅਸੀਂ ਉਹ ਸੁਗੰਧੀ ਨੂੰ ਮਾਣਿਆ, ਉਸੇ ਵੇਲੇ ਦਿਮਾਗ ਦੇ ਵਿੱਚ ਇੱਕ ਤਸਵੀਰ ਬਣ ਗਈ ਵੀ ਇਹ ਗੁਲਾਬ ਦੇ ਫੁੱਲ ਦੀ ਸੁਗੰਧੀ ਹੈ, ਇਹ ਫਲਾਣੇ ਫੁੱਲ ਦੀ ਸੁਗੰਧੀ ਹੈ। ਹੁਣ ਉਹ ਸੁਗੰਧੀ ਕਰਕੇ ਹੀ ਫੁੱਲ ਜਾਣਿਆ ਗਿਆ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਪਰਮੇਸ਼ਵਰ ਨੇ ਦਿੱਤਾ ਹੈ। ਸਾਰਿਆਂ ਦੀ ਸੰਭਾਲ ਆਪ ਪਰਮੇਸ਼ਵਰ ਕਰ ਰਿਹਾ ਹੈ, ਸਭਨਾਂ ਦੀ ਪਾਲਣਾ ਆਪ ਕਰ ਰਿਹਾ ਹੈ। ਕੋਈ ਉਹਦੇ ਤੋਂ ਖਾਲੀ ਨਹੀਂ, ਕੋਈ ਉਹਦੀ ਨਜ਼ਰ ਤੋਂ ਪਰੇ ਨਹੀਂ। ਇਸ ਲਈ ਦੋ ਪ੍ਰਕਾਰ ਦੇ ਪ੍ਰਾਣੀ ਸਾਨੂੰ ਮਿਲਣਗੇ ਇਸ ਬਗੀਚੀ ਵਿੱਚ, ਇੱਕ ਗੁਰਮੁਖ ਤੇ ਇੱਕ ਮਨਮੁਖ, ਇੱਕ ਆਸਤਕ ਇੱਕ ਨਾਸਤਕ, ਇੱਕ ਕੁਚੱਜੇ ਦੇ ਰੂਪ ਵਿੱਚ ਇੱਕ ਸੁਚੱਜੇ ਦੇ ਰੂਪ ਵਿੱਚ। ਹੁਣ ਉਹਨਾਂ ਅੰਦਰ ਜਿੱਦਾਂ ਦੀ ਵਾਸ਼ਨਾ ਹੋਏਗੀ ਉਸੇ ਤਰ੍ਹਾਂ ਉਹ ਬਾਹਰ ਵਰਤਣਗੇ, ਜਿਵੇਂ ਵਰਤਣਗੇ ਉਵੇਂ ਹੀ ਜਾਣੇ ਜਾਣਗੇ ਵੀ ਇਹਦੇ ਅੰਦਰ ਦਾ ਸੁਭਾਅ ਕਿੱਦਾਂ ਦਾ ਹੈ, ਇਹਦੇ ਅੰਦਰ ਦੀ ਸੋਚ ਕਿੱਦਾਂ ਦੀ ਹੈ। ਇਹਦੇ ਅੰਦਰ ਦੀ ਵਿਚਾਰ ਸ਼ਕਲ ਦੇਖ ਕੇ ਨਹੀਂ ਦੱਸਿਆ ਜਾ ਸਕਦਾ, ਬਾਹਰ ਦਾ ਪਹਿਰਾਵਾ ਦੇਖ ਕੇ, ਬਾਹਰ ਦੀ ਸੂਰਤ ਦੇਖ ਕੇ ਨਹੀਂ ਦੱਸਿਆ ਜਾ ਸਕਦਾ ਕਿ ਇਹਦੇ ਅੰਦਰ ਕਿਸ ਪ੍ਰਕਾਰ ਦੀ ਜਿਹੜੀ ਹੈ ਵਾਸ਼ਨਾ ਹੈ। ਇਹ ਤੇ ਜਦੋਂ ਉਹਦੇ ਨਾਲ ਵਾਹ ਪਏਗਾ, ਉਹਦੇ ਨਾਲ ਵਰਤਾਂਗੇ,
ਫਿਰ ਸਾਨੂੰ ਪਤਾ ਲੱਗਦਾ ਹੈ ਕਿ ਫਲਾਣਾ ਬੰਦਾ ਕਿੱਦਾਂ ਦੀ ਸੋਚ ਰੱਖਦਾ ਹੈ, ਇਹਦੀ ਸੋਚ ਕਿੱਦਾਂ ਦੀ ਹੈ, ਇਹਦੀ ਆਦਤ ਕਿੱਦਾਂ ਦੀ ਹੈ, ਇਹਦਾ ਸੁਭਾਅ ਕਿੱਦਾਂ ਦਾ ਹੈ, ਇਹਦੇ ਅੰਦਰ ਕਿਸ ਤਰ੍ਹਾਂ ਪ੍ਰਕਾਰ ਦੀ ਵਾਸ਼ਨਾ ਹੈ। ਇਹ ਜੋ ਅੰਦਰ ਹੋਵੇ ਤੇ ਉਹੀ ਕੁਛ ਬਾਹਰ ਜਦੋਂ ਵਰਤਦਾ ਹੈ ਤੇ ਪਤਾ ਲੱਗਦਾ ਹੈ। ਇਸ ਲਈ ਜਿਸ ਤਰ੍ਹਾਂ ਇੱਕ ਫੁੱਲ ਵਿੱਚ ਸੁਗੰਧੀ ਹੈ, ਉਹ ਸੁਗੰਧੀ ਕਰਕੇ ਹੀ ਜਾਣਿਆ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਵੀ ਅੰਦਰ ਦੀ ਵਾਸ਼ਨਾ ਕਰਕੇ ਹੀ ਜਾਣਿਆ ਜਾਂਦਾ ਹੈ। ਅੰਦਰ ਦੇ ਸੁਭਾਅ, ਅੰਦਰ ਦੀਆਂ ਆਦਤਾਂ ਕਰਕੇ ਹੀ ਜਾਣਿਆ ਜਾਂਦਾ ਹੈ। ਆਪਾਂ ਬਥੇਰੀਆਂ ਗੱਲਾਂ ਕਰਦੇ ਹਾਂ ਕਿ ਫਲਾਣੇ ਦਾ ਸੁਭਾਅ ਇੱਦਾਂ ਦਾ ਹੈ, ਪਰ ਉਹਦੇ ਮੱਥੇ ਤੇ ਥੋੜ੍ਹੀ ਲਿਖਿਆ ਹੈ। ਫਲਾਣੇ ਦੀ ਸੋਚ ਮਾੜੀ ਹੈ, ਫਲਾਣੇ ਦੀ ਸੋਚ ਚੰਗੀ ਹੈ, ਪਰ ਉਹਦੇ ਮੱਥੇ ਤੇ ਥੋੜ੍ਹੀ ਲਿਖਿਆ ਹੈ। ਇਹ ਤੇ ਉਹਦੇ ਨਾਲ ਜਦੋਂ ਅਸੀਂ ਵਿਚਰਦੇ ਹਾਂ, ਜੋ ਉਹਨੇ ਵਰਤਾਇਆ, ਅਸੀਂ ਅੰਦਾਜ਼ਾ ਲਾ ਲਿਆ ਵੀ ਇਹ ਤੇ ਇੰਨੀ ਸੋਚ ਦਾ ਮਾਲਕ ਹੈ। ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ। ਹੁਣ ਰਾਹ ਪਵਾਂਗੇ ਤੇ ਪਤਾ ਲੱਗਣਾ ਵੀ ਇਹ ਕਿਹੜੀ ਦਿਸ਼ਾ ਨੂੰ ਜਾਂਦਾ ਹੈ। ਜਦੋਂ ਕਿਸੇ ਨਾਲ ਵਾਹ ਪੈਂਦਾ ਹੈ, ਕਿਸੇ ਦੀ ਸੰਗਤ ਕਰਨ ਨੂੰ ਮਿਲਦੀ ਹੈ, ਫਿਰ ਪਤਾ ਲੱਗਦਾ ਵੀ ਇਹਦੇ ਅੰਦਰ ਕਿੱਦਾਂ ਦੀ ਵਾਸ਼ਨਾ ਹੈ। ਫਿਰ ਸਾਨੂੰ ਉਹਦੀ ਆਦਤ, ਉਹਦੇ ਸੁਭਾਅ ਦਾ ਪਤਾ ਲੱਗਦਾ ਹੈ। ਕਈ ਵਾਰੀ ਇਹ ਵੀ ਕਹਿ ਦਿੰਦੇ ਆ ਕਿ ਬਾਹਰੋਂ ਦੇਖਣ ਨੂੰ ਲੱਗਦਾ ਤੇ ਹੈ ਨਹੀਂ ਇੱਦਾਂ ਦਾ ਹੋਏਗਾ, ਪਰ ਅੰਦਰੋਂ ਇਸ ਤਰ੍ਹਾਂ ਦਾ ਹੈ। ਇਹ ਵੀ ਆਪਾਂ ਗੱਲਾਂ ਆਮ ਕਰਦੇ ਹਾਂ ਕਿ ਦੇਖੋ ਬਾਹਰੋਂ ਦੇਖਣ ਨੂੰ ਤੇ ਇੱਦਾਂ ਦਾ ਲੱਗਦਾ ਹੀ ਨਹੀਂ ਕਿ ਇਸ ਤਰ੍ਹਾਂ ਦਾ ਹੋਏਗਾ, ਪਰ ਅੰਦਰ ਤੇ ਇਸ ਤਰ੍ਹਾਂ ਦਾ ਇਹ ਭਰਿਆ ਪਿਆ ਹੈ। ਇਸ ਲਈ ਮਹਾਰਾਜ ਨੇ ਕਿਹਾ ਸੀ, ਜੇ ਬਾਹਰੋਂ ਵੇਖੋਗੇ ਤੇ ਬੜਾ ਪਵਿੱਤਰ ਨਜ਼ਰ ਆਏਗਾ, ਬੜਾ ਨਿਰਮਲ ਨਜ਼ਰ ਆਏਗਾ। ਜੇ ਅੰਦਰ ਵੇਖੋਗੇ ਤੇ ਅੰਦਰ ਮੈਲ ਨਜ਼ਰ ਆਏਗੀ, ਅਪਵਿੱਤਰ। ਬਾਹਰੋਂ ਪਵਿੱਤਰ ਹੈ, ਅੰਦਰੋਂ ਅਪਵਿੱਤਰ ਹੈ। ਬਾਹਰੋਂ ਬੜਾ ਭਲਾ ਮਾਨਸ ਹੈ, ਅੰਦਰ ਸ਼ੈਤਾਨ ਹੈ। ਬਾਹਰੋਂ ਮੁਖ ਤੋਂ ਇਹਦੇ ਮਿਠਾਸ ਵਾਲੇ ਬੋਲਾਂ ਵਿੱਚ ਅੰਮ੍ਰਿਤ ਝਲਕਦਾ ਹੈ, ਅੰਦਰ ਜ਼ਹਿਰ ਕੁੜੱਤਣ ਭਰੀ ਪਈ ਹੈ। ਬਾਹਰੋਂ ਦੇਖਣ ਨੂੰ ਲੱਗਦਾ ਵੀ ਬੜਾ ਪਰ ਉਪਕਾਰੀ ਹੋਏਗਾ, ਹਰ ਇੱਕ ਦੀ ਮਦਦ ਸਹਾਇਤਾ ਕਰਨ ਵਾਲਾ ਹੋਏਗਾ। ਅੰਦਰੋਂ ਪਤਾ ਲੱਗਾ ਵੀ ਅੰਦਰੋਂ ਤੇ ਸਭਨਾਂ ਨੂੰ ਲੁੱਟਣ ਵਾਲਾ ਹੈ। ਇਸੇ ਲਈ ਮਹਾਰਾਜ ਕਹਿੰਦੇ ਬਾਹਰ ਦਾ ਸਰੂਪ, ਸ਼ਕਲ ਵੇਖ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜੇ ਲਾਓਗੇ ਤੇ ਧੋਖਾ ਖਾ ਜਾਓਗੇ। ਅਕਸਰ ਧੋਖੇ ਇਹਨਾਂ ਚਿਹਰਿਆਂ ਤੇ ਨਾਲ ਹੀ ਪੈਂਦੇ ਆ। ਇਸ ਚਿਹਰੇ ਅੰਦਰ ਕੀ ਹੈ ਉਹ ਅਸੀਂ ਜਾਣ ਨਹੀਂ ਪਾਉਂਦੇ। ਕਈ ਪ੍ਰਕਾਰ ਦੇ ਫਿਰ ਅਸੀਂ ਧੋਖੇ ਖਾ ਜਾਂਦੇ ਹਾਂ। ਬੰਦਾ ਕਹਿੰਦਾ ਇਹਦੀ ਸ਼ਕਲ ਵੇਖ ਕੇ ਮੈਂ ਭਰੋਸਾ ਕਰ ਲਿਆ, ਪਰ ਇਹ ਨਹੀਂ ਸੀ ਪਤਾ ਇਹਦੇ ਅੰਦਰ ਕੀ ਕੁਛ ਚੱਲਦਾ ਹੈ। ਇਸੇ ਲਈ ਆਖਿਆ ਸੀ ਜੀਓ ਮੈਲੇ ਬਾਹਰੋਂ ਨਿਰਮਲ। ਇਸੇ ਲਈ ਆਖਿਆ ਸੀ ਕਿ ਤੇਰੀ ਜਿਹੜੀ ਹਾਲਤ ਹੈ ਨਾ, ਉਹ ਕਹਿਣ ਦੇ ਭਾਂਡੇ ਦੀ ਤਰ੍ਹਾਂ ਹੈ। ਤੇਰੀ ਸ਼ਕਲ ਵੇਖ ਕੇ ਤੇ ਬੜਾ ਚੰਗਾ ਲੱਗਦਾ ਹੈ, ਅੰਦਰ ਵੇਖਿਆ ਤੇ ਕਾਲਖ ਭਰੀ ਪਈ ਹੈ। ਸ਼ਕਲ ਵੇਖ ਕੇ ਤੇ ਬੜਾ ਭਲਾ ਮਾਨਸ ਲੱਗਦਾ ਹੈ ਵੀ ਬੜੇ ਚੰਗੇ ਸੁਭਾਅ ਦਾ ਹੈ, ਬੜੀਆਂ ਚੰਗੀਆਂ ਆਦਤਾਂ ਹੋਣਗੀਆਂ, ਪਰ ਅੰਦਰ ਵੇਖਿਆ ਉਹਦੇ ਬਿਲਕੁਲ ਉਲਟ ਹੈ। ਮਨ ਕੁਛ ਹੋਰ ਹੈ ਤੇ ਮੁਖ ਵਿੱਚ ਬੋਲ ਕੁਝ ਹੋਰ ਨੇ। ਇਸ ਲਈ ਮਹਾਰਾਜ ਕਹਿੰਦੇ ਜਿੱਦਾਂ ਦੀ ਅੰਦਰ ਵਾਸ਼ਨਾ ਹੋਏਗੀ, ਉਦਾਂ ਦਾ ਹੀ ਉਹ ਵਰਤਾਰਾ ਬਾਹਰ ਜਦੋਂ ਕਰਦਾ ਹੈ ਤੇ ਫਿਰ ਪਤਾ ਲੱਗਦਾ ਵੀ ਇਹ ਕਿੰਨੀ ਕੁ ਵਾਸ਼ਨਾ, ਇਹ ਕਿੰਨੀ ਕੁ ਸੁਗੰਧੀ ਅੰਦਰ ਲਈ ਬੈਠਾ ਹੈ, ਜਾਂ ਕਿੰਨੀ ਕੁ ਸੋਚ ਦਾ ਮਾਲਕ ਹੈ। ਇਸ ਲਈ ਸਾਹਿਬ ਕਹਿੰਦੇ ਜਿਸ ਤਰ੍ਹਾਂ ਵੱਖ-ਵੱਖ ਫੁੱਲਾਂ ਵਿੱਚ ਇੱਕ ਕਿਸਮ ਦੇ ਨਹੀਂ, ਕਿੰਨੇ ਕਿਸਮ ਦੇ ਫੁੱਲ ਨੇ। ਹਰ ਇੱਕ ਫੁੱਲ ਵਿੱਚ ਵੱਖਰੀ ਵੱਖਰੀ ਸੁਗੰਧੀ ਹੈ, ਔਰ ਉਸ ਸੁਗੰਧੀ ਕਰਕੇ ਹੀ ਫੁੱਲ ਦੀ ਪਛਾਣ ਹੈ। ਸੁਗੰਧੀ ਕਰਕੇ ਹੀ ਫੁੱਲ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਜਿੱਦਾਂ ਦੀ ਸਾਡੀ ਸੋਚ ਹੋਏਗੀ, ਜਿੱਦਾਂ ਦੀ ਸਾਡੀ ਅੰਦਰ ਵਾਸ਼ਨਾ ਹੋਏਗੀ, ਜਿੱਦਾਂ ਦੀ ਸਾਡੇ ਅੰਦਰ ਦੀ ਕਰਤੂਤ ਹੋਏਗੀ, ਉੱਦਾਂ ਦੇ ਹੀ ਆਪਾਂ ਸਮਾਜ ਵਿੱਚ ਜਾਣੇ ਜਾਵਾਂਗੇ। ਸ਼ਕਲ ਕਰਕੇ ਨਹੀਂ,
ਸੁਭਾਅ ਕਰਕੇ, ਆਦਤ ਕਰਕੇ। ਅਸੀਂ ਜਦੋਂ ਵੀ ਕਿਸੇ ਦਾ ਜ਼ਿਕਰ ਕਰਦੇ ਹਾਂ ਉਹਦੀ ਸ਼ਕਲ ਦਾ ਜ਼ਿਕਰ ਨਹੀਂ ਕਰਦੇ, ਉਹਦੀਆਂ ਆਦਤਾਂ, ਉਹਦੇ ਸੁਭਾਅ ਦਾ ਜ਼ਿਕਰ ਕਰਦੇ ਹਾਂ। ਜਦੋਂ ਪੁਰਾਣੀ ਦੁਨੀਆ ਤੋਂ ਚਲਾ ਜਾਏ ਇਹ ਸ਼ਕਲ ਕਿੱਥੇ ਰਹਿੰਦੀ ਹੈ? ਇਹ ਤੇ ਮਿੱਟੀ ਹੋ ਜਾਂਦੀ ਹੈ। ਜਦੋਂ ਦੁਨੀਆ ਤੋਂ ਚਲਾ ਗਿਆ ਇਹ ਸ਼ਕਲ ਮਿੱਟੀ ਹੋ ਜਾਣੀ ਆ, ਪਰ ਉਹਦੇ ਤੋਂ ਬਾਅਦ ਅਸੀਂ ਉਹਦੇ ਸੁਭਾਅ, ਉਹਦੇ ਜੀਵਨ, ਉਹਦੇ ਆਚਰਣ, ਉਹਦੀਆਂ ਆਦਤਾਂ ਦਾ ਜ਼ਿਕਰ ਕਰਦੇ ਹਾਂ ਕਿ ਫਲਾਣੇ ਬੰਦੇ ਦਾ ਸੁਭਾਅ ਇਦਾਂ ਦਾ ਸੀ, ਫਲਾਣੇ ਬੰਦੇ ਦੀਆਂ ਆਦਤਾਂ ਇਦਾਂ ਦੀਆਂ ਸੀ, ਫਲਾਣਾ ਇੰਨੀ ਸੋਚ ਰੱਖਦਾ ਸੀ। ਅਸੀਂ ਉਹਦੀ ਸੋਚ ਦੀ ਗੱਲ ਕਰਦੇ ਹਾਂ। ਇਸ ਲਈ ਮਹਾਰਾਜ ਕਹਿੰਦੇ ਦੇਖ ਜੋ ਤੇਰੇ ਅੰਦਰ ਵਾਸ਼ਨਾ ਹੋਏਗੀ ਉਦਾਂ ਹੀ ਤੂੰ ਜਾਣਿਆ ਜਾਏਗਾ। ਵਾਸੂ ਵਾਸ ਜਣਾਵਣਿਆ, ਫੁੱਲ ਦੀ ਸੁਗੰਧੀ ਕਰਕੇ ਫੁੱਲ ਜਾਣਿਆ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ ਹਨ, ਮਨ ਮੁਖ ਰੋਗੀ ਹੈ ਸੰਸਾਰਾ, ਸੁਖ ਦਾਤਾ ਵਿਸਰਿਆ ਅਗੰਮ ਅਪਾਰਾ। ਦੁਖੀਏ ਨਿਤ ਫਿਰਹਿ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਇਸੇ ਲਈ ਮਹਾਰਾਜ ਨੇ ਅਗਲੇ ਪਦੇ ਵਿੱਚ ਮਨਮੁਖ ਦੀ ਗੱਲ ਕੀਤੀ। ਹੁਣ ਸੁਭਾਵਕ ਗੁਰਮੁਖ ਨੇ ਗੁਰਮੁਖ ਕਰਕੇ ਜਾਣਿਆ ਜਾਣਾ, ਮਨਮੁਖ ਨੇ ਮਨਮੁਖ ਕਰਕੇ ਜਾਣਿਆ ਜਾਣਾ। ਸਬਰ ਸੰਤੋਖ ਵਾਲੇ ਨੇ ਸਬਰ ਸੰਤੋਖ ਕਰਕੇ ਜਾਣਿਆ ਜਾਣਾ। ਤੇ ਜਿਹਦੇ ਅੰਦਰ ਲੋਭ ਲਾਲਚ ਹੈ, ਕਾਮੀ ਨੇ ਕਾਮੀ ਕਰਕੇ ਜਾਣਿਆ ਜਾਣਾ, ਕਰੋਧੀ ਨੇ ਕਰੋਧੀ ਕਰਕੇ, ਲੋਭੀ ਨੇ ਲੋਭੀ ਕਰਕੇ, ਹੰਕਾਰੀ ਨੇ ਹੰਕਾਰੀ ਕਰਕੇ, ਤੇ ਸਤ ਸੰਤੋਖ ਵਾਲੇ ਨੇ ਸਤ ਸੰਤੋਖ ਕਰਕੇ ਜਾਣਿਆ ਜਾਣਾ। ਕੰਡੇ ਨੇ ਕੰਡਾ ਕਰਕੇ ਹੀ ਜਾਣਿਆ ਜਾਣਾ, ਤੇ ਫੁੱਲ ਨੇ ਫੁੱਲ ਕਰਕੇ ਹੀ ਜਾਣਿਆ। ਸੱਚੇ ਨੇ ਸੱਚੇ ਕਰਕੇ, ਝੂਠੇ ਨੇ ਝੂਠੇ ਕਰਕੇ। ਇਸ ਲਈ ਸਤਿਗੁਰੂ ਜੀ ਨੇ ਮਨਮੁਖ ਦੀ ਗੱਲ ਕੀਤੀ ਵੀ ਮਨਮੁਖ ਨੇ ਮਨਮੁਖ ਕਰਕੇ ਹੀ ਜਾਣਿਆ ਜਾਣਾ, ਕਿਉਂਕਿ ਉਹ ਇਸ ਸੰਸਾਰ ਦੇ ਵਿੱਚ ਮਨ ਕਰਕੇ ਰੋਗੀ ਹੈ। ਹੁਣ ਤਨ ਕਰਕੇ ਕਿਸੇ ਨੂੰ ਕੋੜ ਦਾ ਰੋਗ ਹੋਵੇ ਤੇ ਉਹ ਜਾਣਿਆ ਜਾਏਗਾ, ਕਿਉਂਕਿ ਉਹਦਾ ਰੋਗ ਨਜ਼ਰ ਆ ਰਿਹਾ। ਪਰ ਸਾਹਿਬ ਕਹਿੰਦੇ ਜਿਹੜਾ ਮਨ ਦਾ ਰੋਗ ਹੈ, ਜਿਹੜੇ ਪਰਮੇਸ਼ਵਰ ਨੂੰ ਭੁੱਲੇ ਬੈਠੇ ਆ, ਜਿਹੜੇ ਪਰਮੇਸ਼ਵਰ ਦੇ ਨਾਮ ਸਿਮਰਨ ਨਾਲ ਨਹੀਂ ਜੁੜਦੇ ਆ, ਨਾਨਕ ਕੌੜੀ ਨਰਕ ਬਰਾਬਰੇ ਉਜੜ ਸੋਈ ਥਾਉ। ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਵੀ ਉਸ ਕੌੜੀ ਦੇ ਬਰਾਬਰ ਹੈ। ਫਰਕ ਇਹ ਹੈ ਵੀ ਉਹ ਤਨ ਦਾ ਹੈ, ਉਹ ਮਨ ਦਾ ਹੈ। ਹੁਣ ਤਨ ਦਿਸਦਾ, ਮਨ ਦਿਸਦਾ ਨਹੀਂ। ਇਸ ਲਈ ਸਾਹਿਬ ਕਹਿੰਦੇ ਜਿਹੜਾ ਮਨਮੁਖ ਹੈ ਨਾ, ਉਹ ਇਹ ਸੰਸਾਰ ਵਿੱਚ ਰੋਗੀ ਹੈ। ਕਾਹਦਾ ਰੋਗੀ ਹੈ? ਹੰਕਾਰ ਦਾ। ਸਭ ਤੋਂ ਵੱਡਾ ਹੰਕਾਰ ਦਾ ਰੋਗ ਉਹਨੂੰ ਲੱਗਾ ਹੋਇਆ ਹੈ। ਔਰ ਮਨਮੁਖ ਜਿਹੜਾ ਹੰਕਾਰ ਵਿੱਚ ਰੋਗੀ ਹੈ, ਸੁਖ ਦਾਤਾ ਵਿਸਰਿਆ ਅਗਮ ਅਪਾਰਾ। ਜੋ ਅਗਮ ਅਪਾਰ ਸੁੱਖਾਂ ਦਾ ਦਾਤਾ ਪਰਮੇਸ਼ਵਰ ਹੈ, ਉਹਦਾ ਨਾਮ ਇਸ ਮਨਮੁਖ ਨੂੰ ਵਿਸਰਿਆ ਹੋਇਆ ਹੈ। ਕਿਉਂਕਿ ਜਿਹਨੂੰ ਪਰਮੇਸ਼ਵਰ ਚੇਤੇ ਆ ਗਿਆ ਉਹਦੇ ਤਾਂ ਰੋਗ ਕੱਟੇ ਗਏ ਅੰਦਰੋਂ, ਉਹ ਤਾਂ ਆਰੋਗੀ ਹੋ ਗਿਆ। ਤੇ ਜਿਹਨੇ ਪਰਮੇਸ਼ਵਰ ਦੇ ਨਾਮ ਨੂੰ ਨਹੀਂ ਸਿਮਰਿਆ ਉਹ ਰੋਗੀ ਹੈ ਤੇ ਰੋਗੀ ਹੀ ਰਹਿ ਜਾਂਦਾ ਹੈ। ਜਿੰਨੇ ਵੀ ਸਾਡੀ ਮਾਨਸਿਕ ਬਿਮਾਰੀਆਂ ਨੇ, ਧਿਆਨ ਰੱਖਿਓ, ਸਰੀਰ ਕਰਕੇ ਤੇ ਆਪਾਂ ਜਾਗਰੂਕ ਹੋ ਗਏ ਆ। ਸਰੀਰ ਕਰਕੇ ਤੇ ਬਿਮਾਰੀਆਂ ਨਾਲ ਨਾਲ ਪਤਾ ਲੱਗ ਰਹੀਆਂ ਨੇ ਵੀ ਆਹ ਬਿਮਾਰੀ ਹੈ, ਇਹਦਾ ਆਹ ਇਲਾਜ ਹੈ, ਇਹਦਾ ਇਸ ਤਰ੍ਹਾਂ ਟ੍ਰੀਟਮੈਂਟ ਹੋਣਾ, ਇਸ ਤਰ੍ਹਾਂ ਆਹ ਦਵਾਈ ਖਾਣੀ ਪੈਣੀ ਹੈ। ਸਰੀਰ ਦੀਆਂ ਜਿੰਨੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ, ਨਾਲ ਨਾਲ ਸਰਚ ਕਰਕੇ ਸਾਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਸੀਂ ਹੋ ਵੀ ਰਹੇ ਹਾਂ। ਹਰ ਪ੍ਰਕਾਰ ਦੀ ਦਵਾਈ ਸਾਡੇ ਸਾਹਮਣੇ ਬਣਾ ਕੇ ਰੱਖੀ ਜਾ ਰਹੀ ਹੈ, ਪਰ ਜਿਹੜੀ ਸਾਡੇ ਮਾਨਸਿਕ ਬਿਮਾਰੀਆਂ ਨੇ ਉਹਦੇ ਤੋਂ ਅਸੀਂ ਹਜੇ ਜਾਗਰੂਕ ਨਹੀਂ ਹੋਏ।
ਉਹਦੇ ਤੋਂ ਅਸੀਂ ਹਜੇ ਸੁਚੇਤ ਨਹੀਂ ਹੋਏ ਵੀ ਕਿੰਨੀਆਂ ਭਿਆਨਕ ਬਿਮਾਰੀਆਂ ਸਾਡੇ ਮਾਨਸਿਕ ਮੰਡਲ ਵਿੱਚ ਨੇ। ਉਹ ਕਿੱਦਾਂ ਪਤਾ ਲੱਗਣਗੀਆਂ? ਜਦੋਂ ਗੁਰਬਾਣੀ ਪੜਾਂਗੇ, ਜਦੋਂ ਗੁਰਬਾਣੀ ਨੂੰ ਸਮਝਾਂਗੇ, ਤਿਵੇਂ ਤਿਵੇਂ ਪਤਾ ਲੱਗਣਾ ਵੀ ਆਹ ਵੀ ਰੋਗ ਮੈਨੂੰ ਲੱਗਾ ਹੋਇਆ ਹੈ, ਆਹ ਰੋਗ ਵੀ ਮੈਨੂੰ ਲੱਗਾ ਹੈ, ਆਹ ਵਾਸ਼ਨਾਵਾਂ ਮੇਰੇ ਅੰਦਰ ਭਰੀਆਂ ਪਈਆਂ ਨੇ। ਮੈਂ ਕਾਮੀ ਵੀ ਹਾਂ, ਕਰੋਧੀ ਵੀ ਹਾਂ, ਲੋਭੀ ਵੀ ਹਾਂ, ਹੰਕਾਰੀ ਵੀ ਹਾਂ, ਵਿਕਾਰੀ ਵੀ ਹਾਂ। ਇੰਨਾ ਅੰਦਰ ਭਿਆਨਕ ਰੋਗ ਲੱਗੇ ਪਏ ਆ। ਤੇ ਜੇ ਬਾਣੀ ਪੜ੍ਹ ਕੇ ਸਾਨੂੰ ਮਾਨਸਿਕ ਬਿਮਾਰੀਆਂ ਦਾ ਪਤਾ ਲੱਗਦਾ ਹੈ, ਤੇ ਇਹ ਨਹੀਂ ਵੀ ਮਹਾਰਾਜ ਕਹਿੰਦੇ ਹੁਣ ਇਲਾਜ ਕਰਾਉਣ ਕਿਤੇ ਹੋਰ ਚਲਾ ਜਾ। ਨਹੀਂ ਸਾਹਿਬ ਕਹਿੰਦੇ ਇਲਾਜ ਵੀ ਬਾਣੀ ਵਿੱਚੋਂ ਹੀ ਹੋਣਾ ਹੈ। ਤੇਰੀਆਂ ਮਾਨਸਿਕ ਬਿਮਾਰੀਆਂ ਨੂੰ ਦੂਰ ਵੀ ਗੁਰਬਾਣੀ ਰਾਹੀਂ ਕੀਤਾ ਜਾਣਾ ਹੈ। ਸਰਬ ਰੋਗ ਕਾ ਔਖਦ ਨਾਮ। ਸਾਰੇ ਜਿੰਨੇ ਵੀ ਤੇਰੇ ਪਹਿਲਾਂ ਤਾਂ ਗੁਰਬਾਣੀ ਪੜੋ, ਗੁਰਬਾਣੀ ਪੜ੍ਹ ਕੇ ਆਪਣੇ ਅੰਦਰ ਨੂੰ ਸਰਚ ਕਰੋ ਵੀ ਆ ਬਿਮਾਰੀਆਂ ਜਿਹੜੀਆਂ ਗੁਰਬਾਣੀ 'ਚ ਦਸੀਆਂ ਨੇ ਉਹ ਸਾਰੀਆਂ ਹੀ ਮੇਰੇ ਅੰਦਰ ਨੇ, ਸਾਰੀਆਂ ਵਾਸ਼ਨਾਵਾਂ ਮੇਰੇ ਅੰਦਰ ਨੇ। ਫਿਰ ਉਹਨੂੰ ਦੂਰ ਕਰਨ ਵਾਸਤੇ ਗੁਰਬਾਣੀ ਦਾ ਅਭਿਆਸ ਕਰਨਾ, ਤਾਂ ਕਿ ਗੁਰਬਾਣੀ ਵਿੱਚੋਂ ਹੀ ਸਾਡੇ ਰੋਗ ਕੱਟੇ ਜਾਣੇ ਆ। ਅਸੀਂ ਮਾਨਸਿਕ ਤਲ ਤੇ ਆਰੋਗੀ ਤਾਂ ਹੀ ਹੋਵਾਂਗੇ ਜੇ ਗੁਰਬਾਣੀ ਵਿੱਚੋਂ ਇਹ ਨਾਮ ਦੀ ਦਵਾਈ ਅਸੀਂ ਲਵਾਂਗੇ। ਇਸ ਲਈ ਸਾਹਿਬ ਕਹਿੰਦੇ ਮਨਮੁਖ ਰੋਗੀ ਹੈ, ਉਹ ਸੁੱਖਾਂ ਦੇ ਦਾਤੇ ਨੂੰ ਵਿਸਾਰ ਕੇ ਬੈਠਾ ਹੈ। ਦੁਖੀਏ ਨਿਤ ਫਿਰੈ ਬਿਲ ਲਾਂਦੇ। ਜਿਹੜੇ ਮਨ ਕਰਕੇ ਰੋਗੀ ਨੇ ਉਹ ਦੁਖੀ ਨੇ, ਉਹ ਰੋਗ ਕਰਕੇ ਦੁਖੀ ਨੇ, ਦੁੱਖ ਲੱਗਾ ਹੋਇਆ, ਤੇ ਨਿਤ ਫਿਰੈ ਬਿਲ ਲਾਂਦੇ, ਨਿਤ ਤੜਪਦੇ ਨੇ, ਨਿਤ ਅੰਦਰੋਂ ਜਿਹੜੇ ਨੇ ਉਹ ਰੋ ਰਹੇ ਨੇ, ਧਾਹਾਂ ਮਾਰ ਕੇ ਭਟਕ ਰਹੇ ਨੇ ਸੰਸਾਰ ਦੇ ਵਿੱਚ। ਬਿਨ ਗੁਰ ਸ਼ਾਂਤ ਨਾ ਪਾਵਣਿਆ। ਉਹਨਾਂ ਮਨਮੁਖ ਜਿਹੜੇ ਮਨ ਦੇ ਰੋਗੀ ਨੇ ਉਹਨਾਂ ਨੂੰ ਸਮਝਾਉਂਦੇ ਆ ਵੀ ਪਿਆਰਿਓ, ਗੁਰੂ ਤੋਂ ਬਿਨਾਂ ਤੁਹਾਡੇ ਮਨ 'ਚ ਟਿਕਾ ਨਹੀਂ ਆਉਣਾ, ਗੁਰੂ ਤੋਂ ਬਿਨਾਂ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਸਕੂਨ ਨਹੀਂ ਮਿਲਣਾ। ਇਹ ਰੋਗ ਕਰਕੇ ਦੁਖੀ ਹੋ ਤੇ ਦੁਖੀ ਰਹੋਗੇ। ਜੇ ਸੁਖੀ ਹੋਣਾ ਚਾਹੁੰਦੇ ਹੋ ਤਾਂ ਅੰਦਰ ਦਾ ਰੋਗ ਕੱਟਣ ਵਾਸਤੇ ਤੁਹਾਨੂੰ ਗੁਰੂ ਚਰਨਾਂ ਵਿੱਚ ਆਉਣਾ ਪੈਣਾ ਹੈ। ਕਿਉਂਕਿ ਗੁਰੂ ਤੋਂ ਬਿਨਾਂ ਮਨ ਦਾ ਇਲਾਜ ਕਿਤੇ ਵੀ ਨਹੀਂ ਹੋਣਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕੱਟ, ਜਮ ਕੀ ਫੰਦਾ। ਇੰਨੀ ਸਮਰੱਥਾ ਹੈ ਇਸ ਵੈਦ ਕੋਲ, ਇਹ ਮਨ ਦੇ ਰੋਗ ਦੇ ਨਾਲ ਨਾਲ ਜਮ ਦੀ ਫਾਹੀ ਵੀ ਕੱਟ ਕੇ ਰੱਖ ਦਿੰਦਾ ਹੈ। ਇਸ ਲਈ ਕਹਿੰਦੇ ਆ ਵੀ ਮਨਮੁਖ ਰੋਗੀ ਹੈ, ਸੁਖ ਦਾਤਾ ਵਾਹਿਗੁਰੂ ਨੂੰ ਵਿਸਾਰ ਕੇ ਬੈਠਾ, ਭਟਕਦਾ ਪਿਆ ਦੁਖੀ ਹੋ ਕੇ, ਪਰ ਉਹਨੂੰ ਗੁਰੂ ਤੋਂ ਬਿਨਾਂ ਟਿਕਾ ਨਹੀਂ ਮਿਲਣਾ, ਮਨ ਦਾ ਸਕੂਨ ਨਹੀਂ ਮਿਲਣਾ ਹੈ। ਜਿਨ ਕੀਤੇ ਸੋਈ ਬਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ। ਜਿਹਾ ਅੰਦਰ ਪਾਏ ਤਿਹਾ ਵਰਤੈ, ਆਪੇ ਬਾਹਰ ਪਾਵਣਿਆ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਮਨਮੁਖ ਨੂੰ ਸਮਝ ਨਹੀਂ ਆਈ, ਉਹ ਵਿਸਾਰ ਕੇ ਬੈਠਾ ਰਿਹਾ। ਬਿਨ ਗੁਰ ਸ਼ਾਂਤ ਨਾ ਪਾਵਣਿਆਂ ਦੀ ਸਮਝ ਆਈ। ਫਿਰ ਕਿਤੇ ਗੁਰੂ ਦੇ ਸਾਹਿਬ ਦੇ ਦਰ ਤੇ ਆਉਣਾ ਹੋਇਆ ਤੇ ਪਤਾ ਲੱਗਾ ਜਿਨ ਕੀਤੇ, ਜਿਸ ਨੇ ਇਹ ਸਾਰੇ ਜੀਵ ਪੈਦਾ ਕੀਤੇ ਨੇ, ਸੋਈ ਬਿਦ ਜਾਣੈ। ਉਹੀ ਮੇਰੇ ਅੰਦਰ ਦੀ ਅਵਸਥਾ ਨੂੰ, ਹਾਲਤ ਨੂੰ ਜਾਣਦਾ ਹੈ। ਕਈ ਵਾਰ ਸਾਨੂੰ ਵੀ ਭੁਲੇਖਾ ਪੈ ਜਾਂਦਾ ਹੈ, ਅਸੀਂ ਕਹਿੰਦੇ ਹਾਂ ਵੀ ਤੂੰ ਤੇ ਬੜਾ ਚੰਗਾ ਭਲਾ ਹੈ, ਬੜਾ ਤੰਦਰੁਸਤ ਲੱਗ ਰਿਹਾ ਹੈ, ਬੜਾ ਚੰਗਾ ਭਲਾ ਹੈ। ਉਸੇ ਵੇਲੇ ਉਹਦੇ ਅੱਖ 'ਚ ਅਥਰੂ ਆ ਜਾਂਦਾ ਹੈ। ਉਹ ਕਹਿੰਦਾ ਜਿੰਨਾ ਮੈਂ ਬਾਹਰੋਂ ਚੰਗਾ ਭਲਾ ਦਿਸਦਾ, ਉਨਾ ਹੀ ਮੈਂ ਅੰਦਰੋਂ ਪਰੇਸ਼ਾਨ ਹਾਂ, ਉਨਾ ਹੀ ਮੈਂ ਅੰਦਰੋਂ ਦੁਖੀ ਹਾਂ, ਉਨਾ ਹੀ ਮੈਨੂੰ ਅੰਦਰ ਭਿਆਨਕ ਰੋਗਾਂ ਨੇ ਘੇਰਿਆ। ਬੰਦਾ ਹੈਰਾਨ ਹੋ ਕੇ ਕਹਿੰਦਾ ਬਾਹਰੋਂ ਤੇ ਦਿਸਦਾ ਨਹੀਂ ਤੂੰ, ਬਾਹਰੋਂ ਤੇ ਚੰਗਾ ਭਲਾ ਲੱਗਦਾ ਹੈ, ਅੰਦਰ ਇੰਨਾ ਕੁਛ ਲਈ ਬੈਠਾ ਹੈ।
इसलिए आख्या सी जिसे हंसता हुआ पाओगे वो परेशान होगा। जिन्हों आपां बाहरों मुस्कराउंदियां वेख रहे हैं, जरूरी नहीं कि अंदरों भी वो मुस्करा रहा, अंदरों की पता उहदे नालों कई गुणा वध परेशान होवे। हुण जिन्हें पैदा किया उन्होंने पता है भी ये बाहर दी मुस्कुराहट जिहड़ी है केवल बाहर दी है, ये अंदर दी हालत तो कुछ होर है, ये अंदर दी अवस्था तो कुछ होर है। क्योंकि बच्चे दा हसना, बच्चे दा रोना केवल ते केवल मां नूं पता हुंदा है कि मेरा बच्चा क्यों हस रहा ते मेरा बच्चा क्यों रो रहा, क्योंकि मां दियां आंदरां जाणदियां ने। किसे नूं नहीं पता लगता, केवल मां नूं पता लगता है। इसे तरह जिन्हें पैदा किया वो की है, हर जी माता हर जी पिता हर जीओ प्रतिपालक। वो जिहड़ा साडी पालना कर रहा है वो साडी विद भी जानदा है, वो साडे अंदर दी हालत भी जानदा है। ये गुरु साहब दे राही पता लगा भी जिन कीते, जिन्हें पैदा कीते ने जीव, सोई विद जाने, उही सारियां दी विद जानदा है। आप करे तां हुक्म पछाणे, वो आप गुरु दे राही जिन्हां ते किरपा करदा है उही उहदे हुक्म नूं पछाणदे ने। मनमुख नहीं पछाणदा, मनमुख उहदे हुक्म तो बाहर हो के चलण दी कोशिश करदा है। फिर अपने भाणे जो चलै भाई विछड़ चोटां खावे, जो फिर अपने मन मगर चलदे आ वो फिर उहदे रस्ते तो खुंज के चोटां ही दर दर दियां खांदे आ। पर जिन्हें गुरु चरनां च जुड़ना कीता उन्होंने समझ आ गई ते उहदे उत्ते आप परमेश्वर ने किरपा कीती, ते जिहदे उत्ते आप किरपा करदे आ उही उहदे हुक्म नूं पछाणदे आ, ते जिहड़े उहदे हुक्म नूं पछाणदे आ फिर उहदे हुक्म विच तुरदे आ। ते जदों वो हुक्म विच तुरदे आ फिर जिहा अंदर पाए, फिर वो जिद्दां दा अंदर उन्हां दा सुभाव बना दिंदा है उदां ही वो बाहर वरतदे ने। जिन्ना जिद्दां दी सोच वो अंदर रखदा है उदां दी सोच फिर बाहर उसे तरह वरतदे ने। जिहड़े उहदे हुक्म विच चलदे ने वो अंदरों बाहर फिर इक्को जिहे होके चलदे ने। ये नहीं भी अंदरों कुछ ते बाहरों कुछ। जिन मन होर मुख होर से कांडे कच्चिया, मन कुछ कहंदा मुख कुछ कहंदा, वो फिर असल विच उहदे हुक्म च नहीं तुरे। जिहड़े उहदे हुक्म च तुर पए ने, मन साचा मुख साचा सोए, अवर न पेखै एकस बिन कोए, नानक ए लक्षण ब्रह्म ज्ञानी होए। जिन्हों ब्रह्म दा ज्ञान हो गया उहदा मन भी सच्चा है ते मुख भी सच्चा है। जो उहदे दिमाग विच चलदा है उही मुख तो बोलदा है, उही बाहर वरताउंदा है। ये नहीं कि बाहरों कुछ करदा है अंदरों कुछ। जिन्हें हुक्म नूं पछाण के तुरना कीता उहदे अंदर फिर मालिक ने जिद्दां दी बख्शिश पाई, वो बाहर भी उसे तरह दा ही वरतदा है ते उसे तरह ही फिर वो जानिया जांदा है। उन्होंने फिर गुरमुख करके ही जिहड़ा है वो जानिया जांदा है। तिस बाजहो सच्चे मैं होर ना कोई, जिस लाए लए सो निर्मल होई। नानक नाम वसै घट अंतर, जिस देवै सो पावणिया। 8वें पदे विच फिर गुरु अमरदास महाराज जी कहंदे इसे वास्ते तिस बाजों सच्चे मैं होर ना कोई। उस सच्चे अकाल पुरख वाहिगुरु जी तो बिना मैं होर किसे नूं आसरा नहीं बनाया। पर यह समझ भी कदों आई जदों गुरु अमरदास जी गुरु अंगद दे पातशाह दे चरनां विच आउंदे आ। जदों गुरु अंगद साहब दे चरनां च आके अपना आपा समर्पण किया ते फिर गुरु साहब ने अंदर बख्शिशां वरताइयां। ते जदों अंदरों बाहर एक हो गए ते पहला नहीं सी लोग कहिंदे, जदों बाहर दियां यात्रावां चलदियां सन
पर जिस दिन गुरु अंगद साहब जी दे घरों बख्शिश हुई उस दिन ही कहा गया, भले अमरदास गुण तेरे, तेरी उपमा तोहे बन आवे। इसलिए कहते जिहड़ी बख्शिश तुहानू कहा ना भी गुरु चरना च आओ, क्योंकि बिन गुर शांत ना पावणिया। गुरु चरना च आओगे, गुरु साहब तुहाडे अंदर तुहाडे होमे दे रोग नू मिटा देणगे ते उस मालिक दी किरपा नाल तुसीं अपना आप पछाण के उहदे हुक्म विच तुरोगे ते जिद्दां दी ओह बख्शिश तुहाडे अंदर भरेगा उदां दा ही तुसीं बार वरतोगे। इसलिए गुरु साहब कहंदे तिस बाजों परमेश्वर अकाल पुरख वाहिगुरु जी बाजों मैं होर ना कोई, मेरा होर कोई आसरा नहीं है। जिस लाए लए सो निर्मल होई, क्योंकि जिन्हों वो आप परमेश्वर गुरु साहब जी दे राही अपने नाल जोड़ लैंदा है, उही असल विच अंदरों पवित्र जीवन वाले हुंदे आ, उही अंदरों निर्मल हो जाते ने। जे सज्जन गुरु नानक साहब जी नूं मिलिया है तो फिर वो अंदरों भी सज्जन बन गया। जदों उन्होंने आख्या सी भी तू कैं दे भांडे वांगू बाहरों ना चमक, अंदर भी चमक रख, अपने बाहरों ही साफ सुथरा दुध धोता नजर ना आ, अंदरों भी जीवन आचरण अपना साफ रख। ते गुरु साहब जी दे राही फिर जिन्हों परमेश्वर ने अपने नाम नाल लाया सो निर्मल होई, उही असल विच पवित्र जीवन वाले हुंदे ने। नानक गुरु अमरदास महाराज जी नाम वसै घट अंतर, उन्हां दे घट हिरदे दे अंदर सच्चा नाम परमेश्वर दा वसदा है। जिस देवै सो पावणिया, जिन्हों वो आप त्रुट के गुरु दे राही दिंदा है नाम, उही नाम नू पा के अपने हिरदे विच वसा लैंदे ने। हुण धुरकी बाणी दा खजाना है ते परमेश्वर दा दिता होया, पर सानू कित्थों सिद्धा परमेश्वर तो नहीं मिलना, वो कित्थों मिलना है? वो सानू धन गुरु ग्रंथ साहिब चों मिलना है, वो सानू गुरु कोलों मिलना है। जिहड़ा रब्बी खजाना नाम दा सच्ची बाणी दा है वो गुरु राही मिलना है। इसलिए ते असी गुरुद्वारा साहिब आउणे आ, इसलिए धन गुरु ग्रंथ साहिब जी की हजूरी विच आउने आ। गुरु साहब तुहाडे दर ते आए आ, एक किरपा कर दिओ, साडे पल्ले कुछ नहीं है जिदा असी मान करके कह सकीए भी गुरु साहब तुहाडी लोड़ नहीं, मैं तो सीधा ही रब कोलों बख्शिशां लै लांगा, इन्ने काबल नहीं आ। ज्ञान ध्यान किछ कर्म न जाना, नाहिन निर्मल करनी, साध संगत कै अंचल लावो, बिखम नदी जाए तरनी। गुरु साहब अपने चरनी ला लो सानू, ताकि उस मालिक दी मेहर नाल ये रब्बी बाणी दा खजाना मिले ते असीं इनू अपने हिरदे विच वसा लईए। ते जिन्हें गुरु साहब कोल आके अपना आपा मिटा दिता, अपने अंदर दी होमे नू खत्म कर दिता, हौं वारी जियो वारी आप निवारणिया। गुरु अमरदास जी कहते मैं उहदे तो बलहारे सद के उहदे तो कुर्बान जावां। जिथे ये पावन शब्द दी विचार सतगुरु जी ने किरपा करके करवाई ते आप जी ने सरवण कीती है, उहदे नाल नाल अज मेरी पीरी दिवस है। गुरु हरगोबिंद साहब पातशाह जी अज दे दिन मेरी ते पीरी दियां दो तलवारां पहनदे आ। उहदे नाल नाल अज भाई साहब भाई मनी सिंह जी दा शहादत दा दिन है। पिछले समय विच आपां अकाल तख्त साहब जी दी सिरजना जिहड़ी होई वो दिवस भावना नाल मनाया। गुरु अर्जन देव पातशाह जी दी शहादत तो बाद धन गुरु हरगोबिंद साहब सच्चे पातशाह ने भगती दे घर दे बिल्कुल सामने शक्ति दा प्रतीक जिहड़ा वो दिता है। दुनियावी तख्त नालों उच्चा तख्त जिहड़ा बना के, क्योंकि ये किसे दुनियावी बादशाह ने नहीं बहना,
ਕਿਸੇ ਦੁਨਿਆਵੀ ਰਾਜੇ ਮਹਾਰਾਜੇ ਨੇ ਇਸ ਤਖਤ ਤੇ ਨਹੀਂ ਬਹਿਣਾ, ਇਹ ਅਕਾਲ ਦਾ ਤਖਤ ਹੈ। ਇਸ ਲਈ ਇਹਨੂੰ ਦੁਨਿਆਵੀ ਤਖਤ ਨਾਲੋਂ ਉੱਚਾ ਤਖਤ ਜਿਹੜਾ ਉਹ ਰੱਖਿਆ ਗਿਆ। ਜੇ ਦੁਨਿਆਵੀ ਤਖਤ 5 ਫੁੱਟ ਹੈ ਤੇ ਇਹ 7 ਫੁੱਟ ਰੱਖਿਆ ਗਿਆ। ਅਕਾਲ ਤਖਤ ਸਾਹਿਬ ਦੀ ਰਚਨਾ ਹੋ ਗਈ, ਇਹਦੀ ਤਿਆਰੀ ਹੋ ਗਈ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੇ ਰਾਹੀਂ ਤੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ। ਜਦੋਂ ਇਹ ਤਿਆਰੀ ਹੋ ਗਈ, ਪੂਰਨ ਮੁਕੰਮਲ ਤਿਆਰ ਹੋ ਗਿਆ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤਖਤ ਦੇ ਉੱਤੇ ਬਿਰਾਜਮਾਨ ਹੋਣਾ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਤਖਤ ਦੇ ਉੱਤੇ ਆ ਕੇ ਬਿਰਾਜਮਾਨ ਹੁੰਦੇ ਆ, ਤੇ ਸਤਿਗੁਰੂ ਜੀ ਨੇ ਉਸ ਵੇਲੇ ਐਲਾਨ ਕੀਤਾ, ਕਿਉਂਕਿ ਰਸਮ ਨਿਭਾਈ ਹੈ, ਸੀਸ ਦੇ ਉੱਤੇ ਦਸਤਾਰ ਜਿਹੜੀ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਜਾਉਂਦੇ ਆ। ਪਹਿਲਾਂ ਹੀ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕਿ ਜਿਸ ਦਿਨ ਤਖਤ ਤੇ ਬਿਰਾਜਮਾਨ ਹੋਣਾ ਬਾਬਾ ਬੁੱਢਾ ਸਾਹਿਬ ਜੀ, ਉਸ ਦਿਨ ਅਸੀਂ ਸੀਸ ਉੱਤੇ ਦਸਤਾਰ ਸਜਾਉਣੀ ਹੈ। ਦਸਤਾਰ ਆਜ਼ਾਦੀ ਦਾ ਪ੍ਰਤੀਕ ਹੈ। ਦਸਤਾਰ ਸਾਡੀ ਆਨ, ਸਾਡੀ ਸ਼ਾਨ ਹੈ। ਇਸ ਦਸਤਾਰ ਦੇ ਨਾਲ ਹੀ ਅਸੀਂ ਦੁਨੀਆ ਦੇ ਵਿੱਚ ਜਾਣੇ ਜਾਂਦੇ ਹਾਂ। ਪਰ ਅਫਸੋਸ, ਦੁਖਾਂਤ ਹੈ ਸਾਡਾ ਕਿ ਅੱਜ ਦਸਤਾਰਾਂ ਸਾਨੂੰ ਬਹੁਤ ਘੱਟ ਨਜ਼ਰ ਆਉਂਦੀਆਂ, ਉਹ ਵੀ ਪੰਜਾਬ ਦੀ ਧਰਤੀ ਤੇ। ਤੇ ਜਦੋਂ ਅਸੀਂ ਪੰਜਾਬ ਦੀ ਧਰਤੀ ਤੋਂ ਬਾਹਰ ਜਾਂ ਵਿਦੇਸ਼ਾਂ ਵਿੱਚ ਜਦੋਂ ਵਿਚਰੀਏ ਤੇ ਸਾਨੂੰ ਸੋਹਣੀਆਂ ਸੋਹਣੀਆਂ ਦਸਤਾਰਾਂ, ਦੁਮਾਲੇ ਸਜਾਏ ਹੋਏ ਜਿਹੜੇ ਆ ਉਹ ਬਾਣੇ ਦੇ ਰੰਗ ਵਿੱਚ ਰੰਗੇ ਨਜ਼ਰ ਆਉਂਦੇ ਆ। ਜਦੋਂ ਪੰਜਾਬ ਦੇ ਵੱਲ ਝਾਤੀ ਮਾਰਦੇ ਆ ਤੇ ਅੱਖਾਂ 'ਚ ਅਥਰੂ ਆ ਜਾਂਦੇ ਆ। ਇਹ ਕੀ ਮਾਹੌਲ, ਦਿਨੋਂ ਦਿਨ ਕੀ ਮਾਹੌਲ ਪੰਜਾਬ ਦਾ ਬਣਦਾ ਜਾ ਰਿਹਾ। ਰਾਤ ਵੀ ਬੇਨਤੀ ਕੀਤੀ, ਆਪ ਵੀ ਸੰਭਲੋ ਤੇ ਆਪਣੇ ਬੱਚਿਆਂ ਨੂੰ ਵੀ ਸੰਭਾਲੋ। ਹੁਣ ਵਕਤ ਹੈ, ਸਮਾਂ ਹੈ, ਸਮਾਂ ਰੁਕਣਾ ਨਹੀਂ, ਹੱਥੋਂ ਲੰਘੀ ਜਾ ਰਿਹਾ। ਅਸੀਂ ਬਹੁਤ ਕੁਝ ਖੱਟ ਕੇ ਬਹੁਤ ਕੁਝ ਗਵਾ ਚੁੱਕੇ ਹਾਂ। ਬਾਹਰੋਂ ਬਹੁਤ ਕੁਝ ਖੱਟ ਲਿਆ ਅਸੀਂ, ਪਰ ਬਾਹਰੋਂ ਖੱਟਿਆ ਖਟਾਇਆ ਰਹਿ ਜਾਣਾ ਇੱਥੇ ਹੀ। ਅੰਦਰੋਂ ਕੁਝ ਖੱਟ ਲਈਏ, ਆਪ ਵੀ ਗੁਰੂ ਵਾਲੇ ਬਣੀਏ ਤੇ ਪਰਿਵਾਰਾਂ ਨੂੰ, ਬੱਚਿਆਂ ਨੂੰ ਵੀ ਗੁਰੂ ਵਾਲੇ ਬਣਾਈਏ। ਔਰ ਇਸ ਦਸਤਾਰ ਦੀ ਅਹਿਮੀਅਤ ਨੂੰ ਵੀ ਸਮਝੀਏ। ਮੁਬਾਰਕ ਹੈ ਸਾਡੀਆਂ ਨੌਜਵਾਨ ਧੀਆਂ ਦੁਮਾਲੇ ਸਜਾਉਂਦੀਆਂ ਨੇ। ਮਨ ਬੜਾ ਖੁਸ਼ ਹੁੰਦਾ ਵੀ ਸਾਡੀਆਂ ਧੀਆਂ ਦੁਮਾਲੇ ਸਜਾਉਂਦੀਆਂ, ਪਰ ਕਿਤੇ ਨਾ ਕਿਤੇ ਉਹ ਫੈਸ਼ਨ ਦੇ ਰੰਗ ਵਿੱਚ ਜਦੋਂ ਰੰਗੀਆਂ ਨਜ਼ਰ ਆਉਂਦੀਆਂ ਨੇ ਤੇ ਫਿਰ ਉਹਨਾਂ ਨੂੰ ਭੁੱਲ ਜਾਂਦਾ ਵੀ ਅਸੀਂ ਸਿਰ ਤੇ ਦੁਮਾਲਾ ਸਜਾਇਆ ਹੋਇਆ ਹੈ। ਪਿੱਛੇ ਜੇ ਇੱਕ ਕਲਿੱਪ ਦੇਖਣ ਨੂੰ ਮਿਲਿਆ, ਬੜੇ ਬੜੇ ਐਪ ਚੱਲਦੇ ਨੇ। ਇੱਕ ਪਾਸੇ ਕੋਈ ਗੀਤ ਗਾ ਰਿਹਾ, ਤੁਸੀਂ ਦੂਜੇ ਪਾਸੇ ਆਪ ਬੈਠ ਕੇ ਉਹਦੇ ਬਰਾਬਰ ਗਾ ਸਕਦੇ ਹੋ। ਇੱਦਾਂ ਦੇ ਐਪ ਚੱਲ ਪਏ ਨੇ। ਹੁਣ ਇੱਕ ਸਾਡੀ ਧੀ ਦੁਮਾਲਾ ਸਿਰ ਤੇ ਸਜਾਇਆ, ਉਹ ਨਾਲ ਉਹਦੇ ਗਾ ਰਹੀ ਹੈ, ਪਰ ਜਿਹਦੇ ਨਾਲ ਗਾ ਰਹੀ ਹੈ ਪਰ ਉਹਦੇ ਨਾਲ ਆਪਣਾ ਤਾਲਮੇਲ ਤਾਂ ਮਿਲਾ ਕੇ ਬੈਠੇ ਵੀ ਮੈਂ ਇਹਦੇ ਨਾਲ ਗਾਣ ਵੇਲੇ ਇਹਦੇ ਨਾਲ ਜੱਚਦੀ ਹਾਂ ਕਿ ਨਹੀਂ। ਮੇਰੇ ਸਿਰ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਵਰਤ ਰਹੀਆਂ ਨੇ। ਮੇਰੇ ਉਹ ਸੀਸ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅਸੀਸਾਂ ਵਰਤ ਰਹੀਆਂ ਨੇ, ਤੇ ਮੈਂ ਕਿਹਦੇ ਨਾਲ ਬੈਠ ਕੇ ਜਿਹੜਾ ਉਹ ਗਾ ਰਹੀਆਂ। ਸਾਨੂੰ ਦੇਖਣਾ ਪੈਣਾ। ਅਸੀਂ ਭੁੱਲ ਜਾਂਦੇ ਹਾਂ ਕਿ ਸਾਡੇ ਸੀਸ ਤੇ ਕੀ ਹੈ। ਦਸਤਾਰਾਂ ਦੀ ਅਹਿਮੀਅਤ ਅਸੀਂ ਭੁੱਲਦੇ ਜਾ ਰਹੇ ਹਾਂ। ਬੇਗਾਨਿਆਂ ਦੇ ਹੱਥੋਂ ਨਹੀਂ, ਆਪਣਿਆਂ ਦੇ ਹੱਥੋਂ ਹੀ ਪੱਗਾਂ ਰੁੱਲ ਰਹੀਆਂ ਨੇ। ਦਸਤਾਰਾਂ ਭਰਾਵਾਂ ਦੇ ਹੱਥਾਂ ਤੋਂ ਹੀ ਪੈਰਾਂ ਵਿੱਚ ਰੁੱਲ ਰਹੀਆਂ। ਸਾਡੀਆਂ ਧੀਆਂ ਪੁੱਤਰ ਜਿਹੜੇ ਰਾਹ ਤੁਰ ਪਏ, ਆਪਣੇ ਬਾਬਲ ਦੀ ਪੱਗ ਆਪਣੇ ਪੈਰਾਂ ਹੇਠ ਲਤਾੜ ਕੇ ਅੱਗੇ ਲੰਘ ਜਾਂਦੇ। ਸਾਨੂੰ ਇਹਦੀ ਅਹਿਮੀਅਤ ਦਾ ਪਤਾ ਹੀ ਨਹੀਂ ਹੈ ਕਿ ਦਸਤਾਰ ਦੀ ਕੀ ਕੀਮਤ ਹੈ। ਇਹ ਸਾਡੇ ਸੀਸ ਤੇ ਸਜਿਆ ਹੋਇਆ ਦੁਮਾਲਾ, ਸਜੀ ਹੋਈ ਦਸਤਾਰ, ਇਹ ਕਿੱਦਾਂ ਮਿਲੀਆਂ ਨੇ ਸਾਨੂੰ ਸਰਦਾਰੀਆਂ। ਸਾਨੂੰ ਚੇਤੇ ਕਰਾਉਣੀਆਂ ਪੈਣਗੀਆਂ। ਆਪਣੇ ਪਰਿਵਾਰ, ਆਪਣੇ ਬੱਚਿਆਂ ਨੂੰ ਰਾਤ ਬੇਨਤੀ ਕੀਤੀ, BA ਪੜ੍ਹਿਆ ਬੱਚਾ ਜਦੋਂ ਮਿਲਦਾ ਹੈ, MA ਦੀ ਪੜ੍ਹਾਈ ਕੀਤਾ ਬੱਚਾ ਮਿਲਦਾ ਹੈ, ਤੇ ਉਹਨੂੰ ਪੁੱਛਿਆ 10 ਗੁਰੂ ਸਾਹਿਬ ਦੇ ਨਾਮ ਨਹੀਂ ਬੋਲਿਆ। ਸਾਡੇ ਸਕੂਲਾਂ ਦੀ ਹਾਲਤ ਵੀ ਇਦਾਂ ਦੀ ਹੋ ਚੁੱਕੀ ਹੈ, ਮਾਫ ਕਰਨਾ। ਕਦੋਂ ਸੁਧਾਰ ਆਏਗਾ ਇਸ ਪੰਜਾਬ ਦੀ ਧਰਤੀ ਤੇ? ਕਿਉਂਕਿ ਦੁਖਾਂਤ ਤੇ ਇੱਥੇ ਹੈ।
ਸਕੂਲਾਂ ਦੇ ਵਿੱਚ ਵੀ ਪੜ੍ਹਾਉਣ ਵਾਲੇ ਇਦਾਂ ਦੇ ਆ, ਐਮਏ ਪੜ੍ਹਿਆ ਬੱਚਾ ਮਿਲਿਆ, ਉਹਨੂੰ ਪੁੱਛਿਆ ਵੀ 10 ਗੁਰੂ ਸਾਹਿਬ ਦੇ ਨਾਮ ਦੱਸ, ਬੋਲਿਆ ਹੀ ਨਹੀਂ, ਬੋਲਿਆ ਹੀ ਨਹੀਂ। ਤੇ ਜਦੋਂ ਨਹੀਂ ਬੋਲਿਆ, ਪੁੱਛਿਆ ਵੀ ਐਮਏ ਦੀ ਪੜ੍ਹਾਈ ਕਰ ਗਿਆ ਤੇ ਤੈਨੂੰ ਸਕੂਲ ਵਿੱਚ ਇੱਕ ਵੀ ਕਲਾਸ ਐਸੀ ਨਹੀਂ ਵੀ ਜਿਹਦੇ ਵਿੱਚ ਤੈਨੂੰ ਪੜ੍ਹਾਇਆ ਗਿਆ ਹੋਵੇ? ਉਹ ਕਹਿੰਦਾ ਇੱਕ ਵਾਰੀ ਵੀ ਨਹੀਂ ਪੜ੍ਹਾਇਆ ਗਿਆ। ਇਦਾਂ ਦੇ ਵੀ ਸਕੂਲ ਮੌਜੂਦ ਨੇ। ਇਹ ਸਾਨੂੰ ਸੋਚਣਾ ਪਏਗਾ, ਸਾਡੀਆਂ ਸਰਕਾਰਾਂ ਨੂੰ ਸੋਚਣਾ ਪਏਗਾ ਕਿ ਸਕੂਲ ਜਿੰਨੇ ਵੀ ਨੇ ਉਹ ਹਰ ਸਕੂਲ ਦੇ ਵਿੱਚ ਗੁਰਮਤ ਦੀ ਪੜ੍ਹਾਈ ਜ਼ਰੂਰੀ ਹੋਣੀ ਚਾਹੀਦੀ ਹੈ। ਇੱਕ ਕਲਾਸ ਗੁਰਮਤ ਬਾਰੇ, ਇਤਿਹਾਸ ਬਾਰੇ, ਸ਼ਹੀਦਾਂ ਬਾਰੇ, ਗੁਰੂ ਸਾਹਿਬ ਬਾਰੇ, 5 ਪਿਆਰੇ, 4 ਸਾਹਿਬਜ਼ਾਦਿਆਂ ਜਿਨ੍ਹਾਂ ਵਿੱਚ ਹੈ ਮੁਬਾਰਕ। ਇਹ ਨਹੀਂ ਕਿ ਇੱਦਾਂ ਦੇ ਕੋਈ ਬਹੁਤ ਐਸੇ ਸਕੂਲ ਨੇ ਜਿਨ੍ਹਾਂ 'ਚ ਬਕਾਇਦਾ ਗੁਰਮਤ ਦੀ ਪੜ੍ਹਾਈ ਹੁੰਦੀ ਹੈ, ਪਰ ਬਹੁਤਾਤ ਵਿੱਚ ਨਹੀਂ। ਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਜਦੋਂ ਕਿਉਂਕਿ ਇਸੇ ਦੁੱਖ ਨਿਵਾਰਨ ਸਾਹਿਬ ਦੇ ਅਦਾਰੇ ਹੇਠ ਭਾਈ ਗੁਰਦਾਸ ਗੁਰਮਤ ਮਿਸ਼ਨਰੀ ਕਾਲਜ ਚੱਲਦਾ। ਹਰ ਵਾਰੀ ਤੁਹਾਡੇ ਨਾਲ ਇਹ ਦੁੱਖ ਸਾਂਝਾ ਕੀਤਾ ਜਾਂਦਾ ਹੈ। 2 ਦਿਨ ਪਹਿਲਾਂ ਇੱਕ ਹੋਰ ਸੱਜਣ ਆਇਆ, 12ਵੀਂ ਕਲਾਸ ਦਾ ਵਿਦਿਆਰਥੀ ਹੈ, +2 ਪੜ੍ਹਿਆ ਤੇ 10 ਗੁਰੂ ਸਾਹਿਬ ਦੇ ਨਾਮ ਨਹੀਂ ਆਏ, 5 ਪਿਆਰਿਆਂ ਦੇ ਨਾਮ ਨਹੀਂ ਆਏ, 4 ਸਾਹਿਬਜ਼ਾਦੇ। ਕਿਉਂਕਿ ਜਿਹੜਾ ਵਿਦਿਆਰਥੀ ਆਉਂਦਾ ਹੈ ਉਹਨੂੰ ਪਹਿਲਾਂ ਇੱਥੋਂ ਹੀ ਪੁੱਛਿਆ ਜਾਂਦਾ ਹੈ ਵੀ ਤੂੰ ਦੱਸ। ਹਾਲਾਂਕਿ ਇਹ ਜੇ ਕਹੀਏ ਬਾਹਰੀ ਤੌਰ ਤੇ ਇੱਕ ਨਰਸਰੀ ਦੀ ਪੜ੍ਹਾਈ ਹੈ। ਜਿਹੜੀ ਚੀਜ਼ ਸਾਨੂੰ ਨਰਸਰੀ ਕਲਾਸ ਵਿੱਚ ਆਉਣੀ ਚਾਹੀਦੀ ਹੈ ਉਹ +2 ਪੜ੍ਹ ਕੇ ਵੀ ਨਹੀਂ ਆਈ। ਜਦੋਂ ਵਿਦਿਆਰਥੀ ਆਉਂਦੇ ਆ ਤੇ ਉਹਨਾਂ ਨੂੰ ਇਹ ਪਹਿਲਾਂ ਹੀ ਇਹ ਪੁੱਛਿਆ ਜਾਂਦਾ ਵੀ ਦੱਸੋ ਗੁਰੂ ਸਾਹਿਬ ਦੇ ਨਾਮ ਸੁਣਾਓ, ਨਹੀਂ ਬੋਲਦੇ। 5 ਪਿਆਰਿਆਂ ਦੇ ਨਾਮ ਨਹੀਂ ਬੋਲਦੇ, 5 ਪੌੜੀਆਂ ਹੀ ਜਪਜੀ ਸਾਹਿਬ ਦੀਆਂ ਸੁਣਾ ਦਿਓ, ਨਹੀਂ ਸੁਣਾਉਂਦੇ। ਉਹ ਕਹਿੰਦੇ ਬਸ ਅਸੀਂ ਕਦੇ ਪਾਠ ਨਹੀਂ ਕੀਤਾ, ਕਦੇ ਗੁਰੂ ਵੱਲ ਧਿਆਨ ਨਹੀਂ ਦਿੱਤਾ। ਫਿਰ ਉਹਨਾਂ ਨੂੰ ਆਖੀਦਾ ਨਿਰਾਸ਼ ਨਾ ਹੋਇਓ, ਇਹ ਬੇਇੱਜ਼ਤੀ ਮਹਿਸੂਸ ਨਾ ਕਰਿਓ, ਇਹ ਵਿਦਿਆਲੇ ਇਸੇ ਲਈ ਖੋਲੇ ਗਏ ਆ ਵੀ ਤੁਹਾਨੂੰ ਗੁਰਮਤ ਦੀ ਵਿੱਦਿਆ ਦਿੱਤੀ ਜਾਏ, ਗੁਰਮਤ ਦੀ ਪੜ੍ਹਾਈ ਤੁਸੀਂ ਇੱਥੇ ਬਹਿ ਕੇ ਕਰ ਸਕੋ, ਤੁਹਾਨੂੰ ਪਤਾ ਹੋ ਸਕੇ ਗੁਰੂ ਗ੍ਰੰਥ ਸਾਹਿਬ ਜੀ ਕੀ ਨੇ, ਕਿਹਨਾਂ ਨੇ ਸ਼ਹਾਦਤਾਂ ਦੇ ਜਾਮ ਕਿਵੇਂ ਕਿਵੇਂ ਪੀਤੇ ਆ, ਕਿਵੇਂ ਸ਼ਹੀਦੀਆਂ ਹੋਈਆਂ, ਅਸੀਂ ਭੁੱਲਦੇ ਜਾ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਸਤਾਰ ਸਜਾਉਂਦੇ ਆ ਅਕਾਲ ਤਖਤ ਸਾਹਿਬ ਤੇ ਜਿੱਦਣ ਬਿਰਾਜਮਾਨ ਹੋਏ ਤੇ ਬਾਬਾ ਬੁੱਢਾ ਸਾਹਿਬ ਜੀ ਆਉਂਦੇ ਨੇ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਪੀਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ। ਮਹਾਰਾਜ ਕਹਿੰਦੇ ਭਗਤੀ ਵਾਲਾ ਗੁਣ, ਜੇ ਸਭ ਤੋਂ ਵੱਡਾ ਗੁਣ ਭਗਤੀ ਦਾ ਕਿਤੋਂ ਮਿਲਣਾ ਉਹ ਹਰਮੰਦਰ ਸਾਹਿਬ ਦਰਬਾਰ ਸਾਹਿਬ ਚੋਂ ਮਿਲਣਾ। ਤੇ ਜੇ ਕਿਤੇ ਸ਼ਕਤੀ ਦਾ ਗੁਣ ਕਿਤੋਂ, ਮੀਰੀ ਦਾ ਗੁਣ ਕਿਤੋਂ ਮਿਲਣਾ ਤੇ ਉਹ ਅਕਾਲ ਤਖਤ ਸਾਹਿਬ ਤੋਂ ਬਿਨਾਂ ਕਿਤੇ ਨਹੀਂ ਮਿਲਣਾ। ਇਹ ਸਭ ਤੋਂ ਵੱਡਾ ਗੁਣ ਮੀਰੀ ਤੇ ਪੀਰੀ ਦਾ ਤੁਹਾਨੂੰ ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚੋਂ ਮਿਲਣਾ ਹੈ। ਸਾਨੂੰ ਇੰਨਾ ਵੱਡਾ ਮਹਾਨ ਬਣਾਇਆ ਕਿ ਮੀਰੀ ਤੇ ਪੀਰੀ ਦੇ ਦੋਵੇਂ ਗੁਣ, ਇਹ ਨਹੀਂ ਵੀ ਆਪ ਹੀ ਗੁਰੂ ਸਾਹਿਬ ਨੇ 2 ਤਲਵਾਰਾਂ ਪਹਿਨੀਆਂ, ਮਹਾਰਾਜ ਨੇ ਦੋਵੇਂ ਦੀਆਂ ਦੋਵਾਂ ਸਾਨੂੰ ਵੀ ਪਹਿਨਾਈਆਂ ਨੇ। ਬਾਣੀ ਦੇ ਰੰਗ ਵਿੱਚ ਵੀ ਰੰਗੋ ਤੇ ਬਾਣੀ ਦੇ ਰੰਗ ਵਿੱਚ ਵੀ ਰੰਗੋ। ਅਕਾਲ ਤਖਤ ਸਾਹਿਬ ਤੇ ਗੁਰੂ ਸਾਹਿਬ ਜੀ 2 ਤਲਵਾਰਾਂ ਮੀਰੀ ਤੇ ਪੀਰੀ ਦੀਆਂ ਸਜਾਉਂਦੇ ਆ, 2 ਨਿਸ਼ਾਨ ਸਾਹਿਬ ਝੂਲਦੇ ਆ, ਇੱਕ ਮੀਰੀ ਦਾ ਔਰ ਇੱਕ ਪੀਰੀ ਦਾ। ਤੇ ਦੁਨੀਆ ਦੇ ਤਖਤਾਂ ਤੇ ਬੈਠਣ ਵਾਲਿਆਂ ਦਾ ਜ਼ੋਰ ਲੱਗਾ ਪਿਆ ਹੈ ਉਦੋਂ ਵੀ ਤੇ ਅੱਜ ਵੀ ਕਿ ਇਹ ਨਿਸ਼ਾਨ ਕਿਸੇ ਤਰ੍ਹਾਂ ਝੁਕ ਜਾਣ, ਇਹ ਭਗਤੀ ਤੇ ਸ਼ਕਤੀ ਵਾਲਾ ਗੁਣ ਕਿਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਸਿਫਤੀ ਦੇ ਘਰ ਚੋਂ ਨਿਕਲ ਜਾਏ। ਪਰ ਸੱਚ ਜਾਣਿਓ, ਦੁਨੀਆ ਦੇ ਤਖਤਾਂ ਤੇ ਬੈਠਣ ਵਾਲੇ ਪਹਿਲਾਂ ਵੀ ਜ਼ੋਰ ਲਾਉਂਦੇ ਰਹੇ, ਉਹ ਆਪ ਦੁਨੀਆ ਤੋਂ ਮਿਟ ਗਏ, ਪਰ ਉਹ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਨੂੰ ਮਿਟਾ ਨਾ ਸਕੇ। ਅੱਜ ਵੀ ਜ਼ੋਰ ਲੱਗੇ ਹੋਏ ਆ, ਪਰ ਇਹ ਪੰਥ ਦੇ ਨਿਸ਼ਾਨ ਸਦਾ ਝੂਲਦੇ ਨੇ ਤੇ ਸਦਾ ਝੂਲਦੇ ਰਹਿਣੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੌਜਵਾਨੀ ਨੂੰ ਆਖਿਆ ਵੀ ਆਪਣੀ ਜਵਾਨੀਆਂ ਭੇਟਾ ਕਰੋ, ਸ਼ਸਤਰ ਧਾਰੀ ਹੋਵੋ, ਘੋੜ ਸਵਾਰੀ, ਕਿਉਂਕਿ ਸਮੇਂ ਦੇ ਬਾਦਸ਼ਾਹ ਦਾ ਹੁਕਮ ਸੀ ਕਿ ਕੋਈ ਆਪਣੀ ਫੌਜ ਨਹੀਂ ਰੱਖ ਸਕਦਾ, ਕੋਈ ਸ਼ਸਤਰ ਨਹੀਂ ਪਹਿਨ ਸਕਦਾ, ਕੋਈ ਦਸਤਾਰ ਨਹੀਂ ਸਜਾ ਸਕਦਾ,
कोई घोड़ सवारियां नहीं कर सकता। गुरु हरगोबिंद साहब जी ने ऐलान किया कि तुसीं घोड़ सवारियां भी करोगे, शस्त्र अभ्यास भी करोगे, क्योंकि गुरु नानक जी दे घर दा सिख अकाल पुरख दा पुजारी है, वो किसी बंदे दा गुलाम नहीं है। वो गुरु नानक दे घर दा गोला है, वो संसार दा गुलाम नहीं है। इसलिए जवानियां भी भेंट होईयां, शस्त्र भी भेंट होए, घोड़े भी भेंट होए, ते नाल नाल उन्हां दी संभाल भी गुरु हरगोबिंद साहब जी कराउंदे है। दूसरे पासे अज भाई साहब भाई मनी सिंह जी का शहीदी दिन है। भाई मनी सिंह जी का परिवार बहुत वड्डा है और लगभग सारे दे सारे ही शहीद ने। जे आपां 3 पीढ़ियां उन्हां दियां लैके चलीए, क्योंकि भाई मनी सिंह जी दे दादा जी भाई बल्लू जी गुरु हरगोबिंद साहब सच्चे पातशाह वेले जदों अमृतसर साहब की जंग हुंदी आ, उहदे विच अपने बल दा जोर दिखाउंदे आ। सूरमे ने वो, बहादुर योधे ने वो। गुरु हरगोबिंद साहब जी तो सफ़र जिहड़ा वो शुरू हुंदा है। ते समा किन्ना वड्डा परिवार है भाई मनी सिंह दा, जे कुल सारे आपां मिलावांगे ते गिणती 65 तक चली जांदी है। जे संखेप विच अर्ज करांगे ते भाई मनी सिंह जी 12 भरा ने और इन्हां 12 भरावां दे विचों दी 11 शहीद ने। 10 पुत्र ने भाई मनी सिंह जी दे, ते दसे दे दसे ही शहीद ने भाई मनी सिंह जी दे पुत्र। अगों उन्हां दे पोते ने, ते वो पोते भी अगों जिहड़े आ भाई मनी सिंह जी दे शहीद ने। भाई दयाला जी उबलदी देग दे विच बैठ के शहादत दा जाम पींदे आ गुरु तेग बहादुर साहब जी दे समय। ये भाई मनी सिंह जी दे भरा ने। भाई उदय सिंह भाई बचित्र सिंह जदों आनंदपुर साहब दा किला छड्डिया ते ये शहादतां दे जाम पींदे ने। ये भाई साहब भाई मनी सिंह जी दे पुत्र ने, भाई बचित्र सिंह ते भाई उदय सिंह जी। भाई मनी सिंह जी नूं गुरु हरराय साहब जी का जदों समा आया ना, ते पिता जी उन्हां दे लैके आए, गुरु हरराय साहब जी दे अगे समर्पण किया ते पुछया भी की नाम है इस पुत्र दा। कहंदे नाम रखिया मणिया। ते गुरु हरराय साहब जी ने आख्या सी ये बड़ा मणिया चमकेगा। अज भी भाई मनी सिंह दा नाम चमक रहा है। असी उन्हां दी चमक विचों ही सिखना है कि किवें बाणी ते बाणी दे रंग विच रंगना है। वो मणियां मनी सिंह बन के अज भी चमक रहे आ ते सानू दस रहे आ कि बाणी ते बाणी दे रंग विच किवें रंगना है। सेवा आरंभ हुई है, अपने आप नूं घड़ना शुरू किया है। गुरु गोबिंद सिंह महाराज पातशाह दा समा आउंदा है ते अमृत दी दात लैके भाई मनी सिंह बन जाते हैं। मणिया नाम मापिया ने रखिया सी, पर जिदन अमृत दी दात खंडे दी पौल लई ते भाई मनी सिंह बन गए। बहुत बड़े विद्वान ने और बड़े कहन लगे ने लिखारी भी बड़े चोटी दे ने। भाई मनी सिंह जी जिस दिन आनंदपुर साहिब दा किला छड़ दिया, सरसा दरिया ते 3 हिस्सियां च परिवार वंडिया जांदा है। एक हिस्से दे विच भाई मनी सिंह जी गुरु के महल नूं नाल लैके दिल्ली वाले रस्ते चलदे आ, क्योंकि दिल्ली दे विच जो लखी शाह बनजारा है, जिन्हें गुरु तेग बहादुर साहब सच्चे पातशाह जी का धड़ गड्डे उत्ते रख के ते अपने पिंड लिजा के अपने घर दे अंदर ही गुरु तेग बहादुर साहब जी का घर दे समेत संस्कार किया, जिथे अज रकाबगंज साहब स्थान है। ये भाई मनी सिंह जी इन्हां दी धी नाल विआहे, ये सोहरा परिवार है भाई मनी सिंह जी का। इस वास्ते उन्होंने दिल्ली का रस्ता पता है। जदों सरसा दरिया विच परिवार दे 3 हिस्से हुंदे आ ते भाई मनी सिंह माता जी नूं गुरु के महल नूं लैके दिल्ली वाले रस्ते पै जांदे आ। गुरु गोबिंद सिंह महाराज जी चमकौर साहब की जंग हुंदी है ते अपने पुत्र अपने सिंघां दी शहादत
ਨੂੰ ਵੇਖ ਕੇ ਤੇ ਜਦੋਂ ਪੰਜਾਂ ਪਿਆਰਿਆਂ 'ਚ ਦਾ ਹੁਕਮ ਹੋਇਆ ਤੇ ਗੁਰੂ ਸਾਹਿਬ ਜੀ ਚਮਕੌਰ ਸਾਹਿਬ ਦੀ ਗੜੀ 'ਚੋਂ ਨਿਕਲਦੇ ਆ। ਮਾਛੀਵਾੜੇ ਤੋਂ ਹੁੰਦਿਆਂ ਹੋਇਆਂ ਸਤਿਗੁਰੂ ਵੱਖ-ਵੱਖ ਇਲਾਕਿਆਂ ਤੋਂ ਹੁੰਦਿਆਂ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ। ਦਮਦਮਾ ਸਾਹਿਬ ਦੀ ਸਾਬੋ ਕੇ ਤਲਵੰਡੀ ਜਦੋਂ ਇੱਥੇ ਪਹੁੰਚਿਆ ਤੇ ਸਿੱਖ ਸੰਗਤਾਂ ਦਾ ਇਕੱਠ ਹੋਇਆ। ਪਤਾ ਲੱਗਾ ਮਾਤਾ ਜੀ ਨੂੰ ਵੀ ਗੁਰੂ ਕਲਗੀਧਰ ਪਾਤਸ਼ਾਹ ਇਸ ਵੇਲੇ ਸਾਬੋ ਕੇ ਤਲਵੰਡੀ ਦਮਦਮਾ ਸਾਹਿਬ ਉਹ ਅਸਥਾਨ ਤੇ ਨੇ। ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਤੋਂ ਚੱਲ ਕੇ ਫਿਰ ਇਸ ਥਾਂ ਤੇ ਆਉਂਦੇ ਆ। ਜਦੋਂ ਇਸ ਥਾਂ ਤੇ ਆਉਂਦੇ ਆ ਤੇ ਇੱਥੇ ਹੀ ਮਹਾਰਾਜ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ। ਜਦੋਂ ਮਾਤਾ ਜੀ ਨੇ ਪੁੱਛਿਆ ਸੀ ਸਾਰੇ ਨਜ਼ਰ ਆਉਂਦੇ ਆ ਪਰ ਮੇਰੇ ਲਾਲ ਕਿੱਥੇ ਨੇ, ਤੇ ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਵੇਖ ਇਹ ਸਾਰੇ ਹੀ ਤੇਰੇ ਲਾਲ ਨੇ। ਤੇ ਜੇ ਅੱਜ ਮਹਾਰਾਜ ਨੇ ਕਹਿਣਾ ਹੋਵੇ ਵੀ ਆਹ ਦੇਖ ਤੇਰੇ ਹੀ ਸਾਰੇ ਲਾਲ, ਤੇ ਸਾਡੇ ਸ਼ਰਮ ਨਾਲ ਸਿਰ ਝੁਕ ਜਾਣਗੇ, ਕਿਉਂਕਿ ਮਹਾਰਾਜ ਅਸੀਂ ਇਸ ਕਾਬਲ ਬਣੀ ਨਹੀਂ, ਅਸੀਂ ਆਪਣੇ ਆਪ ਨੂੰ ਇਸ ਕਾਬਲ ਬਣਾ ਹੀ ਨਹੀਂ ਸਕੇ। ਕਿਹੜਾ ਮੁੱਖ ਉੱਚਾ ਕਰਕੇ ਕਵਾਂਗੇ ਵੀ ਮਾਤਾ ਜੀ ਸਾਡੇ ਵੱਲ ਵੇਖੋ, ਅਸੀਂ ਤੁਹਾਡੇ ਬਾਬਾ ਅਜੀਤ ਸਿੰਘ ਵਾਂਗੂ ਲੱਗਦੇ ਹਾਂ। ਕਿਸ ਤਰ੍ਹਾਂ ਮੂੰਹ ਉੱਚਾ ਕਰਕੇ ਕਹਿ ਸਕਦੇ ਹਾਂ, ਕਿਉਂਕਿ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖੀਏ ਤੇ ਸਹੀ ਕਿਹੜੇ ਰਾਹ ਪੈ ਗਏ ਆਪਾਂ। ਗੁਰੂ ਸਾਹਿਬ ਕਿਰਪਾ ਕਰਨ, ਕਹਿੰਦੇ ਨੇ ਇੱਥੇ ਬਚਨ ਉਚਾਰਿਆ ਕਿ ਜਿੰਨੇ ਬੈਠੇ ਆ ਦੇਖ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇੱਥੇ ਫਿਰ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਬਣਾਇਆ, ਕਿਉਂਕਿ ਬੜੇ ਵਧੀਆ ਲਿਖਾਈ ਹੈ ਭਾਈ ਮਨੀ ਸਿੰਘ ਜੀ ਦੀ, ਵਿਦਵਾਨ ਵੀ ਬਹੁਤ ਨੇ, ਵਿਦਵਤਾ ਵੀ ਬੜੀ ਹੈ, ਸੂਰਵੀਰਤਾ ਵਾਲਾ ਗੁਣ ਵੀ ਅੰਦਰ ਹੈ। ਤੇ ਇੱਥੇ ਫਿਰ ਬਾਬਾ ਦੀਪ ਸਿੰਘ ਜੀ ਆਉਂਦੇ ਆ ਜਿਹੜੇ ਕਲਮਾਂ ਨਾਲ ਘੜ ਕੇ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਇੱਥੇ ਹੁੰਦੀ ਹੈ ਤੇ ਸੰਪੂਰਨ ਲਿਖਾਈ ਜਿਹੜੀ ਹੈ ਉਹ ਭਾਈ ਮਨੀ ਸਿੰਘ ਜੀ ਆਪਣੇ ਹੱਥਾਂ ਵਿੱਚ ਕਲਮ ਲੈ ਕੇ ਪੂਰੀ ਲਿਖਾਈ ਗੁਰਬਾਣੀ ਦੀ ਲਿਖਦੇ ਆ। ਬਾਣੀ ਗੁਰੂ ਗੋਬਿੰਦ ਸਿੰਘ ਜੀ ਉਚਾਰਨ ਕਰਦੇ ਆ। ਇੱਥੇ ਫਿਰ ਗੁਰੂ ਸਾਹਿਬ ਜੀ ਮੁਕੰਮਲ ਜਿਹੜੇ ਆ ਸਰੂਪ ਤਿਆਰ ਹੋਇਆ, ਜਿਹਨੂੰ ਅਸੀਂ ਅੱਜ ਦਮਦਮੀ ਬੀੜ ਕਹਿੰਦੇ ਹਾਂ, ਕਿਉਂਕਿ ਦਮਦਮਾ ਸਾਹਿਬ ਤੇ ਦਮਦਮੀ ਬੀੜ ਇੱਥੇ ਤਿਆਰ ਹੋਈ ਹੈ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੰਦੇੜ ਨੂੰ ਚੱਲਣ ਲੱਗੇ ਆ ਤੇ ਭਾਈ ਮਨੀ ਸਿੰਘ ਜੀ ਨੂੰ ਆਖਿਆ ਤੁਸੀਂ ਗੁਰੂ ਕੇ ਮਹਿਲ ਲੈ ਕੇ ਦਿੱਲੀ ਚਲੇ ਜਾਓ। ਬਾਬਾ ਦੀਪ ਸਿੰਘ ਜੀ ਨੂੰ ਆਖਿਆ ਤੁਸੀਂ ਇੱਥੇ ਰਹਿ ਕੇ ਬਾਣੀ ਦੇ ਉਤਾਰੇ ਕਰੋ। ਫਿਰ ਜਦੋਂ ਦਿੱਲੀ ਗਏ ਆ, ਸਮਾਂ ਬੀਤਿਆ, ਸੰਖੇਪ ਚ ਅਰਜ਼ ਕਰਾਂ, ਇੱਕ ਦਿਨ ਸਮਾਂ ਐਸਾ ਆਇਆ ਕਿ ਮਾਤਾ ਸੁੰਦਰੀ ਜੀ ਨੇ ਕਹਿੰਦੇ ਨੇ ਮਾਤਾ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਸਾਹਿਬ ਸਿਫਤੀ ਦੇ ਘਰ ਵੱਲ ਭੇਜਿਆ ਵੀ ਜਾਓ, ਜਾ ਕੇ ਸਿੱਖਾਂ ਦੇ ਆਪਸੀ ਝਗੜੇ ਮਿਟਾਓ, ਉਹਨਾਂ ਦੇ ਫੈਸਲੇ ਕਰਾਓ। ਇੱਥੇ ਆਏ ਨੇ ਤੇ ਇੱਥੇ ਫਿਰ ਇਹਨਾਂ ਨੇ ਇਹ ਸੇਵਾ ਸੰਭਾਲੀ ਹੈ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਜੀ ਦੀ ਸੇਵਾ ਨੂੰ ਸੰਭਾਲਦੇ ਆ। ਇਹਨਾਂ ਦੀ ਅਗਵਾਈ ਦੇ ਵਿੱਚ ਫਿਰ ਸਿੱਖ ਸੰਗਤਾਂ ਇਕੱਤਰ ਹੁੰਦੀਆਂ ਨੇ। ਭਾਈ ਮਨੀ ਸਿੰਘ ਜੀ ਦੇ ਮਨ ਦੀ ਭਾਵਨਾ ਸੀ ਕਿ ਇਸ ਵਾਰ ਜਿਹੜਾ ਹੈ ਉਹ ਸੰਗਤ ਦੀ ਇਕੱਤਰਤਾ ਕੀਤੀ ਜਾਏ। ਜਿਵੇਂ ਬਾਹਰੋਂ ਦੀਵਾਲੀ ਦਾ ਦਿਨ ਆਉਂਦਾ ਹੈ, ਉਸ ਦੀਵਾਲੀ ਦੇ ਦਿਨ ਤੇ ਸਿੱਖ ਸੰਗਤਾਂ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਇਕੱਤਰ ਹੋਣ ਤੇ ਸਮੇਂ ਦੀ ਹਕੂਮਤ ਤੋਂ ਇਜਾਜ਼ਤ ਵੀ ਲੈਣੀ ਸੀ। ਸਮੇਂ ਦੀ ਹਕੂਮਤ ਨੇ ਇਜਾਜ਼ਤ ਦੇ ਦਿੱਤੀ, ਪਰ ਮਨ ਵਿੱਚ ਖੋਟ ਸੀ ਉਹਨਾਂ ਦੇ। ਉਸੇ ਵੇਲੇ ਹਕੂਮਤ ਨੇ ਐਲਾਨ ਕਰ ਦਿੱਤਾ ਕਿ ਜਦੋਂ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਸਿੱਖ ਸੰਗਤਾਂ ਇਕੱਤਰ ਹੋਣ ਤੇ ਉਸੇ ਵੇਲੇ ਇਹਨਾਂ ਤੇ ਅਟੈਕ ਕਰ ਦਿੱਤਾ ਜਾਏ, ਹਮਲਾ ਕਰ। ਇਹ ਮਨ ਦੀ ਖੋਟ ਉਦੋਂ ਦੀ ਹੀ ਚੱਲਦੀ ਆ ਰਹੀ। 84 ਵੇਲੇ ਵੀ ਇਹੀ ਮਨ ਦੀ ਖੋਟ ਸੀ ਕਿ ਹਮਲਾ ਕਰਨਾ ਹੀ ਉਦੋਂ ਹੈ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਤੇ ਸੰਗਤਾਂ ਦਾ ਇਕੱਠ ਬਹੁਤ ਹੋਏਗਾ, ਅੱਗੇ ਪਿੱਛੇ ਕਿਉਂ ਨਹੀਂ। ਅੱਜ ਵੀ ਸਾਡਾ ਸਵਾਲ ਹੈ ਸਮੇਂ ਦੀ ਸਰਕਾਰਾਂ ਨੂੰ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਤੇ ਹੀ ਕਿਉਂ ਇਹ ਹਮਲਾ ਕਰਵਾਇਆ ਗਿਆ। ਉਸ ਵੇਲੇ ਵੀ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗ ਗਿਆ, ਉਸੇ ਵੇਲੇ ਸੱਦੇ ਭੇਜ ਦਿੱਤੇ ਵੀ ਸੰਗਤ ਇਕੱਤਰ ਨਾ ਹੋਵੇ, ਕਿਉਂਕਿ ਸਰਕਾਰਾਂ ਦੇ ਮਨ ਬੇਈਮਾਨ ਨੇ।
ਤੇ ਜਦੋਂ ਸਮਾਂ ਲੰਘਿਆ ਭਾਈ ਮਨੀ ਸਿੰਘ ਨੂੰ ਆਖਿਆ ਵੀ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਇੰਨੀ ਰਕਮ ਜਿਹੜੀ ਆ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਵਾਂਗੇ। ਤੇ ਭਾਈ ਮਨੀ ਸਿੰਘ ਨੇ ਆਖਿਆ ਇਹ ਤੁਹਾਡੀ ਖੋਟੀ ਨੀਤੀ ਕਰਕੇ ਸੰਗਤ ਇਕੱਤਰ ਨਹੀਂ ਹੋਈ ਤੇ ਫਿਰ ਰਕਮ ਕਾਹਦੀ ਜਮ੍ਹਾਂ ਕਰਾਉਣੀ ਆ। ਭਾਈ ਮਨੀ ਸਿੰਘ ਜੀ ਨੂੰ ਉਸ ਵੇਲੇ ਗ੍ਰਿਫਤਾਰ ਜਿਹੜਾ ਉਹ ਕਰਕੇ ਲਾਹੌਰ ਲਿਆਂਦਾ ਜਾਂਦਾ ਹੈ। ਉਹਨਾਂ ਨੂੰ ਆਖਿਆ ਵੀ ਜਾਂ ਤੇ ਤੁਸੀਂ ਜਿਹੜਾ ਬਣਦੀ ਰਕਮ ਹੈ ਉਹ ਜਮ੍ਹਾਂ ਕਰਾ ਦਿਓ ਤੇ ਜਾਂ ਫਿਰ ਜੋ ਸਜ਼ਾ ਅਸੀਂ ਦੇਵਾਂਗੇ ਉਹ ਕਬੂਲ ਕਰ ਲਓ। ਤੇ ਭਾਈ ਮਨੀ ਸਿੰਘ ਜੀ ਨੇ ਆਖਿਆ ਸਾਨੂੰ ਗੁਰੂ ਨੇ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗਣ ਲੱਗਿਆਂ ਸਾਨੂੰ ਜਿਹੜੀ ਗੱਲ ਸਿਖਾਈ ਸੀ ਉਹ ਅੱਜ ਵੀ ਅੰਦਰ ਵਰਤਦੀ ਹੈ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ। ਜੇ ਸੂਰਮਾ ਬਣਾਇਆ ਤੇ ਕੇਵਲ ਨਾਮ ਦਾ ਨਹੀਂ ਬਣਾਇਆ। ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਅਸੀਂ ਸੱਚ ਤੇ ਹੱਕ ਦੀ ਗੱਲ ਕਰਨੀ ਹੈ, ਭਾਵੇਂ ਪੁਰਜਾ ਪੁਰਜਾ ਕੱਟਿਆ ਜਾਏ ਮੈਦਾਨ ਨਹੀਂ ਛੱਡਾਂਗੇ। ਫਿਰ ਸਮੇਂ ਦੀ ਹਕੂਮਤ ਨੇ ਇਹ ਫੈਸਲਾ ਸੁਣਾ ਦਿੱਤਾ। ਕਿੰਨੇ ਮਹੀਨੇ ਕਚਹਿਰੀ ਵਿੱਚ ਵਿਚਾਰਾਂ ਚੱਲਦੀਆਂ ਰਹੀਆਂ। ਫਿਰ ਅੱਜ ਦੇ ਦਿਨ ਭਾਈ ਮਨੀ ਸਿੰਘ ਜੀ ਨੂੰ ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ। ਜਲਾਦ ਆਇਆ ਹੈ, ਉਹ ਭਾਈ ਮਨੀ ਸਿੰਘ ਜੀ ਦਾ ਗੁੱਟ ਪਕੜ ਕੇ ਨਾ ਹੱਥ ਦਾ ਤੇ ਕੱਟਣ ਲੱਗਾ। ਭਾਈ ਮਨੀ ਸਿੰਘ ਕਹਿੰਦੇ ਆ ਤੂੰ ਆਪਣੇ ਮਾਲਕ ਦੇ ਹੁਕਮ ਵਿੱਚ ਇਮਾਨਦਾਰੀ ਨਾਲ ਚੱਲ। ਮੈਂ ਆਪਣੇ ਮਾਲਕ ਦੇ ਹੁਕਮ ਵਿੱਚ ਇਮਾਨਦਾਰੀ ਨਾਲ ਬੈਠਾ। ਜੇ ਗੁਰੂ ਨੇ ਕਿਹਾ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ, ਤੇ ਮੈਂ ਆਪਣਾ ਪੁਰਜਾ ਪੁਰਜਾ ਹੀ ਇੱਥੇ ਕਟਾਉਣਾ ਹੀ। ਤੂੰ ਆਪਣੇ ਹੁਕਮ ਮਾਲਕ ਦਾ ਵਜਾ, ਤੈਨੂੰ ਬੰਦ ਕੱਟਣ ਦਾ ਹੁਕਮ ਹੋਇਆ। ਤੇ ਬੰਦ ਜਿਹੜਾ ਹੈ ਜੋੜ, ਬੰਦ ਦਾ ਅਰਥ ਹੁੰਦਾ ਜੋੜ, ਤੇ ਜੋੜ ਗੁੱਟ ਤੋਂ ਸ਼ੁਰੂ ਨਹੀਂ ਹੁੰਦਾ, ਉਂਗਲ ਤੋਂ ਸ਼ੁਰੂ ਹੁੰਦਾ ਹੈ। ਕਹਿੰਦੇ ਆ ਉਂਗਲ ਵਿੱਚ ਦੇਖ ਲਾ 3 ਜੋੜ ਨੇ, ਤੇ ਪਹਿਲਾਂ ਉਂਗਲ ਜਿਹੜੇ ਆ ਇਹਨਾਂ ਦੇ ਬੰਦ ਕੱਟ, ਫਿਰ ਗੁੱਟ ਦੀ ਵਾਰੀ ਆਉਣੀ ਆ। ਕਿੰਨੀ ਅੰਦਰ ਹਿੰਮਤ ਸੀ ਭਾਈ ਮਨੀ ਸਿੰਘ ਜੀ ਦੇ, ਉਹ ਬਾਣੇ ਤੇ ਬਾਣੀ ਦੀ ਰੰਗਤ ਸੀ। ਭਾਈ ਮਨੀ ਸਿੰਘ ਜੀ ਦਾ ਬੰਦ ਅੱਜ ਦੇ ਦਿਨ ਕੱਟਿਆ ਗਿਆ। ਸ਼ਹਾਦਤ ਦਾ ਜਾਮ ਪੀਂਦੇ ਆ। ਇੱਕ ਵਿਦਵਾਨ ਤੋਂ ਸੁਣਿਆ ਵੀ ਜਦੋਂ ਬੰਦ ਕੱਟਣ ਲੱਗੇ ਨਾ, ਪਹਿਲੀ ਉਂਗਲ ਕੱਟੀ ਆ ਤੇ ਭਾਈ ਮਨੀ ਸਿੰਘ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਸੁਖਮਨੀ ਸਾਹਿਬ ਜੀ ਦਾ ਪਾਠ ਜਿਵੇਂ ਜਿਵੇਂ ਚੱਲਦਾ ਗਿਆ ਤਿਵੇਂ ਬੰਦ ਕੱਟਦਾ ਗਿਆ, ਤੇ ਜਿਵੇਂ ਹੀ ਸੰਪੂਰਨ ਹੋਇਆ ਤਿਵੇਂ ਹੀ ਭਾਈ ਮਨੀ ਸਿੰਘ ਜੀ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀ ਜਾਂਦੇ ਆ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦੇ ਦਿਵਸ ਦੀਆਂ ਅੱਜ ਸੰਗਤਾਂ ਨੂੰ ਮੁਬਾਰਕਬਾਦ ਹੈ। ਕੋਸ਼ਿਸ਼ ਕਰੀਏ ਕਿ ਇਹ ਦਿਨ ਸਾਨੂੰ ਚੇਤੇ ਆਉਂਦੇ ਨੇ, ਕਰਵਾਏ ਜਾਂਦੇ ਆ ਕਿਸ ਵਾਸਤੇ ਕਿ ਅਸੀਂ ਜ਼ਮੀਰਾਂ ਕਰਕੇ ਅੰਦਰੋਂ ਜਾਗੀਏ, ਅਸੀਂ ਵੀ ਮੀਰੀ ਪੀਰੀ ਦੇ ਰਾਹ ਤੇ ਤੁਰੀਏ, ਆਪਣੇ ਆਪ ਨੂੰ ਸੰਭਾਲੀਏ, ਬਾਣੀ ਦੇ ਧਾਰਨੀ ਬਣੀਏ। ਖਾਸ ਕਰਕੇ ਆਪਣੇ ਬੱਚਿਆਂ ਵੱਲ ਜ਼ਰੂਰ ਧਿਆਨ ਦਿਓ ਇਹਨਾਂ ਨੂੰ ਬਾਣੀ ਦੇ ਰੰਗ ਵਿੱਚ ਰੰਗਣ ਲਈ ਘਰ ਤੋਂ ਹੀ ਸਿੱਖਿਆ ਸ਼ੁਰੂ ਹੋਏਗੀ ਤਾਂ ਗੁਰੂ ਘਰ ਤੋਂ ਸਿੱਖਿਆ ਲੈ ਸਕਣਗੇ। ਤੇ ਜੇ ਘਰ ਵਿੱਚ ਹੀ ਗੁਰਮਤ ਨਹੀਂ ਹੋਏਗੀ ਤੇ ਗੁਰੂ ਘਰ ਚੋਂ ਕਿੱਦਾਂ ਮਿਲੇਗੀ? ਪਹਿਲਾਂ ਸ਼ੁਰੂਆਤ ਆਪਣੇ ਘਰ ਚੋਂ ਕਰੋ, ਨਹੀਂ ਤੇ ਮਾਹੌਲ ਬਹੁਤ ਵਿਗੜ ਚੁੱਕਾ ਹੈ। ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਕੁਝ ਬਣਨਾ ਜੇ ਅੱਜ ਵੀ ਅਸੀਂ ਆਪਣੇ ਘਰਾਂ ਨੂੰ ਨਾ ਸੰਭਾਲਿਆ ਤਾਂ। ਗੁਰੂ ਸਾਹਿਬ ਕਿਰਪਾ ਕਰਨ, ਰਲ ਕੇ ਮਿਲ ਕੇ ਇੱਕ ਮੁੱਠ ਹੋਈਏ, ਇੱਕ ਜੁੱਟ ਹੋਈਏ। ਅੱਜ ਲੋੜ ਹੈ ਸਾਨੂੰ ਇੱਕ ਜੁੱਟ ਹੋਣ ਦੀ, ਤੇ ਇੱਕ ਜੁੱਟ ਹੋ ਕੇ ਅਸੀਂ ਚੜ੍ਹਦੀ ਕਲਾ ਵਾਲਾ ਜੀਵਨ ਆਪ ਵੀ ਬਣਾਈਏ ਤੇ ਹੋਰਾਂ ਨੂੰ ਵੀ ਪ੍ਰੇਰ ਕੇ ਉਹਨਾਂ ਨੂੰ ਵੀ ਚੜ੍ਹਦੀ ਕਲਾ ਵਾਲਾ ਜੀਵਨ ਵਾਲਾ ਗੁਣ ਗੁਰੂ ਸਾਹਿਬ ਦੇ ਚਰਨੀ ਲਾ ਕੇ ਦਈਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਬਾਣੀ ਦੇ ਰੰਗ ਵਿੱਚ ਰੰਗਣ। ਅੰਮ੍ਰਿਤ ਵੇਲੇ ਦੀ ਸੰਭਾਲ, ਗੁਰੂ ਚਰਨਾਂ ਵਿੱਚ ਸੰਗਤ ਦੀ ਸੰਭਾਲ ਬਖਸ਼ਣ ਜੀ।
ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਤਿਸ ਬਾਝਹੁ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ। ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।